ਸੰਤਾਂ ਦੀ ਹੈ ਇਹੋ ਨਿਸ਼ਾਨੀ, ਪੜ੍ਹਦੇ ਨਿਤ ਸਤਿਗੁਰ ਦੀ ਬਾਣੀ। ਸੰਤਾਂ ਦੀ ਹੈ ਇਹੋ ਨਿਸ਼ਾਨੀ, ਪੜ੍ਹਦੇ ਨਿਤ ਸਤਿਗੁਰ ਦੀ ਬਾਣੀ। ਸੰਤ ਜੋ ਉਸ ਪਰਮ ਪਿਤਾ ਪਰਮੇਸ਼ਰ ਦੇ ਭਗਤ ਹੁੰਦੇ ਹਨ, ਉਹ ਸਵੇਰੇ ਸ਼ਾਮ ਉਸ ਪਰਮ ਪਿਤਾ ਪਰਮੇਸ਼ਰ ਦੀ ਬਾਣੀ ਪੜ੍ਹਦੇ ਹਨ ਤੇ ਬਾਣੀ ਦੇ ਨਾਲ ਪਿਆਰ ਕਰਦੇ ਹਨ ਤੇ ਦੁਨੀਆ ਨੂੰ ਵੀ ਬਾਣੀ ਦੇ ਨਾਲ ਜੋੜਨ ਦਾ ਉਪਦੇਸ਼ ਦਿੰਦੇ ਹਨ। ਸੰਤਾਂ ਦੀ ਹੈ ਇਹੋ ਨਿਸ਼ਾਨੀ, ਪੜ੍ਹਦੇ ਨਿਤ ਸਤਿਗੁਰ ਦੀ ਬਾਣੀ। ਸੰਤਾਂ ਦੀ ਹੈ ਇਹੋ ਨਿਸ਼ਾਨੀ, ਪੜ੍ਹਦੇ ਨਿਤ ਸਤਿਗੁਰ ਦੀ ਬਾਣੀ। ਸੰਤਾਂ ਦੀ ਹੈ ਇਹੋ ਨਿਸ਼ਾਨੀ, ਪੜ੍ਹਦੇ ਨਿਤ ਸਤਿਗੁਰ ਦੀ ਬਾਣੀ। ਸੰਤਾਂ ਦੀ ਹੈ ਇਹੋ ਨਿਸ਼ਾਨੀ, ਪੜ੍ਹਦੇ ਨਿਤ ਸਤਿਗੁਰ ਦੀ ਬਾਣੀ। ਸਾਨੂੰ ਲੱਗਦੇ ਬੋਲ ਪਿਆਰੇ ਰੱਬ ਦੀਆਂ ਸੰਤਾਂ ਦੇ, ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ, ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਹਾਰੇ ਰੱਬ ਦੀਆਂ ਸੰਤਾਂ ਦੇ। ਜੋ ਸੰਤਾਂ ਦੀ ਸੇਵਾ ਕਰਦੇ, ਟਕਦਾ ਰੱਬ ਉਹਨਾਂ ਦੇ ਪਰਦੇ। ਜੋ ਸੰਤਾਂ ਦੀ ਸੇਵਾ ਕਰਦੇ, ਰੱਖਦਾ ਰੱਬ ਉਹਨਾਂ ਦੇ ਪਰਦੇ। ਜੋ ਸੰਤਾਂ ਦੀ ਸੇਵਾ ਕਰਦੇ, ਟਕਦਾ ਰੱਬ ਉਹਨਾਂ ਦੇ ਪਰਦੇ। ਜੋ ਸੰਤਾਂ ਦੀ ਸੇਵਾ ਕਰਦੇ, ਰੱਖਦਾ ਰੱਬ ਉਹਨਾਂ ਦੇ ਪਰਦੇ। ਸਾਨੂੰ ਲੱਗਦੇ ਬੋਲ ਪਿਆਰੇ ਰੱਬ ਦੀਆਂ ਸੰਤਾਂ ਦੇ, ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਸਦਾ ਬਸਦੇ ਰਹਿਣ ਦੁਆਰੇ ਰੱਬ ਦੀਆਂ ਸੰਤਾਂ ਦੇ, ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਗਤਾਂ ਦੀ ਹੋਵਾਂ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਤਾਂ ਦੀ ਹੋਵਾਂ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਤਾਂ ਦੀ ਹੋਵਾਂ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਤਾਂ ਦੀ ਹੋਵਾਂ। ਜੋ ਸੰਤਾਂ ਦੀ ਸੇਵਾ ਕਰਦੇ ਹਨ, ਉਹ ਆਪਣੇ ਆਪ ਨੂੰ ਧੂੜ ਦੇ ਸਮਾਨ ਸਮਝਦੇ ਹਨ। ਸਾਨੂੰ ਇਹ ਉਪਦੇਸ਼ ਦਿੰਦੇ ਹਨ ਕਿ ਸਾਨੂੰ ਸੰਤਾਂ ਦੇ ਨਾਲ ਜੋ ਕਿ ਪਰਮ ਪਿਤਾ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਚੰਗੇ ਮਾਰਗ ਤੇ ਚੱਲਣਾ ਚਾਹੀਦਾ ਹੈ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਤਾਂ ਦੀ ਹੋਵਾਂ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਤਾਂ ਦੀ ਹੋਵਾਂ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਤਾਂ ਦੀ ਹੋਵਾਂ। ਪੱਖਾ ਫੇਰਾ ਪਾਣੀ ਢੋਵਾਂ, ਚਰਨ ਧੂੜ ਸੰਤਾਂ ਦੀ ਹੋਵਾਂ। ਰਾਹ ਕਰਦਾ ਰੋਜ਼ ਦਿਦਾਰੇ ਰੱਬ ਦੀਆਂ ਸੰਤਾਂ ਦੇ, ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ। ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ।
ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਮੈਂ ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਮੈਂ ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਮੈਂ ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਖੁੱਲੇ ਰਹਿਣ ਆਜ਼ਾਦ ਭੰਡਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਮੈਂ ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਮੈਂ ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਮੈਂ ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਮੈਂ ਸੰਤਾਂ ਦੇ ਬਲ ਬਲ ਜਾਵਾਂ ਚਰਨ ਧੂੜ ਮਸਤਕ ਨੂੰ ਲਾਵਾਂ ਖੁੱਲੇ ਰਹਿਣ ਆਜ਼ਾਦ ਭੰਡਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਜਾਵਾਂ ਨਿਤ ਨਿਤ ਮੈਂ ਬਲਿਹਾਰੇ ਰੱਬ ਦੀਆਂ ਸੰਤਾਂ ਦੇ ਰੱਬ ਦੀਆਂ ਸੰਤਾਂ ਦੇ ਰੱਬ ਦੀਆਂ ਸੰਤਾਂ ਦੇ ਰੱਬ ਦੀਆਂ ਸੰਤਾਂ ਦੇ ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਬਾਬਾ ਪੂਰਨਾਥ ਬੇਪਰਵਾਸਾ ਮਹਾਰਾਜ ਕੀ ਜੈ ਸਤਿਗੁਰ ਆਗੇ ਚੱਲ ਕੇ ਸਾਡੇ ਸੁੱਤੇ ਭਾਗ ਜਗਾਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਹਾਂਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਕਿਉਂਕਿ ਅੱਜ ਬਾਬਾ ਜੀ ਦਰਬਾਰ ਦੇ ਵਿੱਚ ਸਥਾਪਿਤ ਹੋਏ ਹਨ ਕਿਉਂਕਿ ਇਹਨਾਂ ਦਾ ਤਾਂ ਵੈਸੇ ਪ੍ਰਾਹੁਣਿਆਂ ਨਾਲੋਂ ਵੀ ਬਹੁਤ ਜ਼ਿਆਦਾ ਉੱਚਾ ਸਤਿਕਾਰ ਹੈ ਪਰ ਫਿਰ ਵੀ ਹੋਰ ਵੀ ਸੰਤ ਮਹਾਪੁਰਸ਼ ਆਏ ਹਨ ਕਿਉਂਕਿ ਸਾਡੇ ਨਗਰ ਦੇ ਵਿੱਚ ਸਾਰਿਆਂ ਨੇ ਆਣ ਕੇ ਪਵਿੱਤਰ ਕੀਤਾ ਸਾਡੇ ਨਗਰ ਨੂੰ ਸੋ ਸਾਰੇ ਸੰਤਾਂ ਮਹਾਪੁਰਸ਼ਾਂ ਦਾ ਜਿੰਨੇ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿਗੁਰ ਆ ਗਏ ਚੱਲ ਕੇ ਸਾਡੇ ਸੁੱਤੇ ਭਾਗ ਜਗਾਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਭਾਗਾਂ ਵਾਲਾ ਬੇੜਾ ਸਾਡਾ ਅੱਜ ਸੰਗਤਾਂ ਵੀ ਆਈਆਂ ਸਤਿਗੁਰੂ ਜੀ ਨੇ ਬੇੜੇ ਦੇ ਵਿੱਚ ਆਣ ਰੌਣਕਾਂ ਲਾਈਆਂ ਆਣ ਰੌਣਕਾਂ ਲਾਈਆਂ ਆਣ ਰੌਣਕਾਂ ਲਾਈਆਂ ਭਾਗਾਂ ਵਾਲਾ ਬੇੜਾ ਸਾਡਾ ਅੱਜ ਸੰਗਤਾਂ ਵੀ ਆਈਆਂ ਸਤਿਗੁਰੂ ਜੀ ਨੇ ਬੇੜੇ ਦੇ ਵਿੱਚ ਆਣ ਰੌਣਕਾਂ ਲਾਈਆਂ ਆਣ ਰੌਣਕਾਂ ਲਾਈਆਂ ਆਣ ਰੌਣਕਾਂ ਲਾਈਆਂ ਬੈਠ ਬਨੇਰੇ ਚਿੜੀਆਂ ਨੇ ਵੀ ਬੈਠ ਬਨੇਰੇ ਚਿੜੀਆਂ ਨੇ ਵੀ ਭਜਨ ਗੁਰਾਂ ਦੇ ਗਾਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਸਾਨੂੰ ਦਿਓ ਵਧਾਈਆਂ ਜੀ ਸਾਡੇ ਘਰ ਸੰਤ ਪਰੋਣੇ ਆਏ ਮਾਂ ਮੀਰਾਂ ਦੇ ਵਾਂਗੂ ਅੜਿਓ ਮੈਂ ਦੀਵਾਨੀ ਹੋਈ ਸਤਿਗੁਰੂ ਜੀ ਨੇ ਆ ਕੇ ਮੈਨੂੰ
ਅੱਜ ਦਿੱਤੀ ਏ ਟੋਈ। ਅੱਜ ਦਿੱਤੀ ਏ ਟੋਈ, ਅੱਜ ਦਿੱਤੀ ਏ ਟੋਈ। ਮਾਂ ਮੀਰਾਂ ਦੇ ਵਾਂਗੂ ਅੜਿਓ ਮੈਂ ਦੀਵਾਨੀ ਹੋਈ। ਸਤਿਗੁਰ ਜੀ ਨੇ ਆ ਕੇ ਮੈਨੂੰ ਅੱਜ ਦਿੱਤੀ ਏ ਟੋਈ। ਅੱਜ ਦਿੱਤੀ ਏ ਟੋਈ, ਅੱਜ ਦਿੱਤੀ ਏ ਟੋਈ। ਹੋ ਗਿਆ ਪਾਕ ਪਵਿੱਤਰ ਬੇੜਾ, ਹੋ ਗਿਆ ਪਾਕ ਪਵਿੱਤਰ ਬੇੜਾ। ਚਰਨ ਗੁਰਾਂ ਨੇ ਪਾਏ ਸਾਨੂੰ ਦਿਓ ਵਧਾਈਆਂ ਜੀ। ਸਾਡੇ ਘਰ ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਭਾਗਾਂ ਵਾਲਾ ਬੇੜਾ ਸਾਡਾ ਅੱਜ ਸੰਗਤਾਂ ਵੀ ਆਈਆਂ। ਸਤਿਗੁਰ ਜੀ ਨੇ ਬੇੜੇ ਦੇ ਵਿੱਚ ਆਣ ਰੌਣਕਾਂ ਲਾਈਆਂ। ਆਣ ਰੌਣਕਾਂ ਲਾਈਆਂ, ਆਣ ਰੌਣਕਾਂ ਲਾਈਆਂ। ਭਾਗਾਂ ਵਾਲਾ ਬੇੜਾ ਸਾਡਾ ਅੱਜ ਸੰਗਤਾਂ ਵੀ ਆਈਆਂ। ਸਤਿਗੁਰ ਜੀ ਨੇ ਬੇੜੇ ਦੇ ਵਿੱਚ ਆਣ ਰੌਣਕਾਂ ਲਾਈਆਂ। ਆਣ ਰੌਣਕਾਂ ਲਾਈਆਂ, ਆਣ ਰੌਣਕਾਂ ਲਾਈਆਂ। ਬੈਠ ਬਨੇਰੇ ਚਿੜੀਆਂ ਨੇ ਵੀ, ਬੈਠ ਬਨੇਰੇ ਚਿੜੀਆਂ ਨੇ ਵੀ ਭਜਨ ਗੁਰਾਂ ਦੇ ਗਾਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਅੱਜ ਜਾਪ ਅੰਮ੍ਰਿਤ ਬਾਣੀ ਦੇ ਕਰ ਸਾਡੇ ਵੀ ਹੋਣੇ। ਰਜ ਰਜ ਕੇ ਅਸੀਂ ਸਭ ਸੰਗਤਾਂ ਨੇ ਗੁਰਾਂ ਦੇ ਦਰਸ਼ਨ ਪਾਉਣੇ। ਗੁਰਾਂ ਦੇ ਦਰਸ਼ਨ ਪਾਉਣੇ, ਗੁਰਾਂ ਦੇ ਦਰਸ਼ਨ ਪਾਉਣੇ। ਅੱਜ ਜਾਪ ਅੰਮ੍ਰਿਤ ਬਾਣੀ ਦੇ ਕਰ ਸਾਡੇ ਵੀ ਹੋਣੇ। ਰਜ ਰਜ ਕੇ ਅਸੀਂ ਸਭ ਸੰਗਤਾਂ ਨੇ ਗੁਰਾਂ ਦੇ ਦਰਸ਼ਨ ਪਾਉਣੇ। ਗੁਰਾਂ ਦੇ ਦਰਸ਼ਨ ਪਾਉਣੇ, ਗੁਰਾਂ ਦੇ ਦਰਸ਼ਨ ਪਾਉਣੇ। ਦੀਨ ਦਿਆਲ ਹੈ ਸਤਿਗੁਰ ਮੇਰਾ, ਦੀਨ ਦਿਆਲ ਹੈ ਸਤਿਗੁਰ ਮੇਰਾ। ਖੈਰ ਝੋਲੀ ਵਿੱਚ ਪਾਵੇ ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਮਖਮਲ ਦੀ ਮੈਂ ਸੇਜ ਬਣਾਈ ਗੁਰਾਂ ਦੇ ਅਸਣ ਲਾਏ। ਪਿੰਡ ਹਜ਼ਾਰੇ ਮੇਸ਼ੀ ਦੇ ਕਰੀ ਸ਼ਹਿਨਸ਼ਾਹ ਦੇਖੋ ਆਏ। ਸ਼ਹਿਨਸ਼ਾਹ ਦੇਖੋ ਆਏ, ਸ਼ਹਿਨਸ਼ਾਹ ਦੇਖੋ ਆਏ। ਮਖਮਲ ਦੀ ਮੈਂ ਸੇਜ ਬਣਾਈ ਗੁਰਾਂ ਲਈ ਅਸਣ ਲਾਏ। ਪਿੰਡ ਹਜ਼ਾਰੇ ਮੇਸ਼ੀ ਦੇ ਕਰੀ ਸ਼ਹਿਨਸ਼ਾਹ ਦੇਖੋ ਆਏ। ਸ਼ਹਿਨਸ਼ਾਹ ਦੇਖੋ ਆਏ, ਸ਼ਹਿਨਸ਼ਾਹ ਦੇਖੋ ਆਏ। ਦੀਨ ਦਿਆਲ ਹੈ ਸਤਿਗੁਰ ਮੇਰਾ, ਦੀਨ ਦਿਆਲ ਹੈ ਸਤਿਗੁਰ ਮੇਰਾ। ਖੈਰ ਝੋਲੀ ਵਿੱਚ ਪਾਵੇ ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਨੂੰ ਦਿਓ ਵਧਾਈਆਂ ਜੀ, ਸਾਡੇ ਘਰ ਸੰਤ ਪਰੋਣੇ ਆਏ। ਸਾਡੇ ਘਰ ਸੰਤ ਪਰੋਣੇ ਆਏ, ਸਾਡੇ ਘਰ ਸੰਤ ਪਰੋਣੇ ਆਏ। ਸਾਡੇ ਘਰ ਸੰਤ ਪਰੋਣੇ ਆਏ। जो बोले सो निरपै तन तन बाबा पूरनाथ बेपरवासा महाराज की जय। बेपरवाइयां तेरियां
बेपरवाहियां तेरियां मेरे बाबा बेपरवाह जी, बेपरवाहियां तेरियां मेरे बाबा बेपरवाह। खुशियां दे नाल रहियां संगतां मेला तेरा मना जी, खुशियां दे नाल रहियां संगतां मेला तेरा मना। खुशियां दे नाल रहियां संगतां मेला तेरा मना जी, खुशियां दे नाल रहियां संगतां मेला तेरा मना जी। बेपरवाहियां तेरियां मेरे बाबा बेपरवाह, बेपरवाहियां तेरियां पूरन नाथ जी शहनशाह। खुशियां दे नाल रहियां संगतां मेला तेरा मना जी, खुशियां दे नाल रहियां संगतां मेला तेरा मना जी। चावां दे नाल रहियां संगतां मेला तेरा मना। चावां दे नाल रहियां संगतां मेला तेरा मना। बेपरवाहियां तेरियां मेरे बाबा बेपरवाह, बेपरवाहियां तेरियां मेरे बाबा बेपरवाह। खुशियां दे नाल रहियां संगतां मेला तेरा मना जी, खुशियां दे नाल रहियां संगतां मेला तेरा मना जी, खुशियां दे नाल रहियां संगतां मेला तेरा मना जी। खुशियां दे नाल रहियां मेला तेरा मना जी, मेला तेरा मना जी। रंग मेले दा सब नूं चढ़िया भला सच्ची सरकार दा फड़िया। भला सच्ची सरकार दा फड़िया, भला सच्ची सरकार दा फड़िया। रंग मेले दा सब नूं चढ़िया भला सच्ची सरकार दा फड़िया, भला सच्ची सरकार दा फड़िया, भला सच्ची सरकार दा फड़िया। रंग मेले दा सब नूं चढ़िया भला सच्ची सरकार दा फड़िया, भला सच्ची सरकार दा फड़िया, भला सच्ची सरकार दा फड़िया। वध चढ़ के संगतां रहियां, वध चढ़ के संगतां रहियां मेले दे विच आ। खुशियां दे नाल रहियां संगतां मेला तेरा मना, खुशियां दे नाल रहियां संगतां मेला तेरा मना जी। खुशियां दे नाल रहियां संगतां मेला तेरा मना। मेला तेरा मना, खुशियां दे नाल रहियां मेला तेरा मना। मस्त मलंगा तूणा लाया जिसदा सबने दर्शन पाया, जिसदा सबने दर्शन पाया, जिसदा सबने दर्शन पाया। मस्त मलंगा तूणा लाया जिसदा सबने दर्शन पाया, मस्त मलंगा तूणा लाया जिसदा सबने दर्शन पाया, जिसदा सबने दर्शन पाया, जिसदा सबने दर्शन पाया, जिसदा सबने दर्शन पाया। जिसदा सबने दर्शन पाया। लड्डू बर्फी मेवे ते कोई, लड्डू बर्फी मेवे ते कोई रिहा न्याज चढ़ा। खुशियां दे नाल रहियां संगतां मेला तेरा मना जी, खुशियां दे नाल रहियां संगतां मेला तेरा मना जी। खुशियां दे नाल रहियां संगतां मेला तेरा मना। खुशियां दे नाल रहियां संगतां मेला तेरा मना जी। बेपरवाह सरकार दा मेला संगतां रहियां मना, बेपरवाह सरकार दा संगतां मेला रहियां मना। बेपरवाह सरकार दा मेला संगतां रहियां मना, मेरे बेपरवाह सरकार दा मेला, मेला रहियां मना, बेपरवाह सरकार दा मेला रहियां मना। मेला रहियां मना, मेला रहियां मना।
ਮਿੱਠਾਪੁਰ ਪਿੰਡ ਵਿੱਚ ਜਲੰਧਰ ਜਿੱਥੇ ਵਸਦਾ ਮਸਤ ਕਲੰਦਰ ਮਿੱਠਾਪੁਰ ਪਿੰਡ ਵਿੱਚ ਜਲੰਧਰ ਜਿੱਥੇ ਵਸਦਾ ਮਸਤ ਕਲੰਦਰ ਜਿੱਥੇ ਵਸਦਾ ਕਲੰਦਰ ਜਿੱਥੇ ਵਸਦਾ ਮਸਤ ਮਸਤ ਕਲੰਦਰ ਓ ਮਿੱਠਾਪੁਰ ਪਿੰਡ ਵਿੱਚ ਜਲੰਧਰ ਜਿੱਥੇ ਵਸਦਾ ਮਸਤ ਕਲੰਦਰ ਜਿੱਥੇ ਵਸਦਾ ਮਸਤ ਕਲੰਦਰ ਜਿੱਥੇ ਵਸਦਾ ਮਸਤ ਕਲੰਦਰ ਜਿੱਥੇ ਵਸਦਾ ਮਸਤ ਕਲੰਦਰ ਮਸਤ ਕਲੰਦਰ ਮੋਣ ਲਾਲ ਦੀ ਕਲਮ ਹੈ ਤੱਕਦੀ ਮੋਣ ਲਾਲ ਦੀ ਕਲਮ ਹੈ ਤੱਕਦੀ ਤੇਰਾ ਆਸਰਾ ਖੁਸ਼ੀਆਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਖੁਸ਼ੀਆਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਜੀ ਖੁਸ਼ੀਆਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਖੁਸ਼ੀਆਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਬੇਪਰਵਾਹੀਆਂ ਤੇਰੀਆਂ ਮੇਰੇ ਬਾਬਾ ਬੇਪਰਵਾਹ ਬੇਪਰਵਾਹੀਆਂ ਤੇਰੀਆਂ ਮੇਰੇ ਬਾਬਾ ਬੇਪਰਵਾਹ ਬੇਪਰਵਾਹੀਆਂ ਤੇਰੀਆਂ ਪੂਰਨ ਨਾਥ ਜੀ ਸ਼ੈਨ ਬੇਪਰਵਾਹ ਬੇਪਰਵਾਹੀਆਂ ਤੇਰੀਆਂ ਪੂਰਨ ਨਾਥ ਜੀ ਸ਼ਹਿਨਸ਼ਾਹ ਬੇਪਰਵਾਹੀਆਂ ਤੇਰੀਆਂ ਪੂਰਨ ਨਾਥ ਜੀ ਸ਼ਹਿਨਸ਼ਾਹ ਚਾਵਾਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਰਾਮਾਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਖੁਸ਼ੀਆਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਖੁਸ਼ੀਆਂ ਦੇ ਨਾਲ ਰਹੀਆਂ ਸੰਗਤਾਂ ਮੇਲਾ ਤੇਰਾ ਮਨਾ ਬੇਪਰਵਾਹ ਸਰਕਾਰ ਦਾ ਮੇਲਾ ਸੰਗਤਾਂ ਰਹੀਆਂ ਮਨਾ ਬੇਪਰਵਾਹ ਸਰਕਾਰ ਦਾ ਮੇਲਾ ਸੰਗਤਾਂ ਰਹੀਆਂ ਮਨਾ ਬੇਪਰਵਾਹ ਸਰਕਾਰ ਦਾ ਮੇਲਾ ਸੰਗਤਾਂ ਰਹੀਆਂ ਮਨਾ ਸੰਗਤਾਂ ਰਹੀਆਂ ਮਨਾ ਸੰਗਤਾਂ ਰਹੀਆਂ ਮਨਾ ਮੇਰੇ ਬੇਪਰਵਾਹ ਸਰਕਾਰ ਦਾ ਮੇਲਾ ਸੰਗਤਾਂ ਰਹੀਆਂ ਮਨਾ ਬੇਪਰਵਾਹ ਸਰਕਾਰ ਦਾ ਮੇਲਾ ਸੰਗਤਾਂ ਰਹੀਆਂ ਮਨਾ ਸਿਫਤਾਂ ਕੀਤੀਆਂ ਜਾਣ ਨਾ ਮੈਂ ਤੋਂ ਤੇਰੇ ਦਰਬਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ 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 ਦੀਆਂ ਸਿਫਤਾਂ ਕੀਤੀਆਂ ਜਾਣ ਨਾ ਮੈਂ ਤੋਂ ਸਿਫਤਾਂ ਕੀਤੀਆਂ ਜਾਣ ਨਾ ਮੈਂ ਤੋਂ ਤੇਰੇ ਦਰਬਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ 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 ਦੀਆਂ ਮਸਤ ਫਕੀਰਾਂ ਦੀ ਹੈ ਗੱਦੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਸਤ ਫਕੀਰਾਂ ਦੀ ਹੈ ਗੱਦੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਸਤ ਫਕੀਰਾਂ ਦੀ ਹੈ ਗੱਦੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਾਲਕ ਦੇ ਨਾਲ ਲਿਵ ਹੈ ਲੱਗੀ ਮਾਲਕ ਦੇ ਨਾਲ ਲਿਵ ਹੈ ਲੱਗੀ ਸੁੱਖਾਂ ਪੂਰੀਆਂ ਹੋਣ ਤੇ ਸੰਗਤਾਂ ਸੁੱਖਾਂ ਪੂਰੀਆਂ ਹੋਣ ਤੇ ਸੰਗਤਾਂ ਨਿਆਜਾਂ ਚੜਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸੰਗ ਤੇ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰਦਾ
ਬੇਪਰਵਾਹ ਜੀ ਦਾ ਸੰਗ ਜੋ ਕਰਦਾ ਖੁਸ਼ੀਆਂ ਦੇ ਨਾਲ ਝੋਲੀਆਂ ਭਰਦਾ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਖੁਸ਼ੀਆਂ ਦੇ ਨਾਲ ਝੋਲੀਆਂ ਭਰਦਾ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਮੇਰੇ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਮੇਰੇ ਬੇਪਰਵਾਹ ਜੀ ਦਾ ਕਰਦਾ ਜੀ ਦਾ ਸੰਗ ਜੋ ਕਰਦਾ ਸੰਗ ਜੋ ਕਰਦਾ ਖੁਸ਼ੀਆਂ ਦੇ ਨਾਲ ਝੋਲੀਆਂ ਭਰਦਾ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਬੇਪਰਵਾਹ ਜੀ ਦਾ ਸੰਗ ਜੋ ਕਰਦਾ ਸੇਵਾ ਕਰਕੇ ਸੰਗਤਾਂ ਆਪਣਾ ਸੇਵਾ ਕਰਕੇ ਸੰਗਤਾਂ ਆਪਣਾ ਜੀਵਨ ਸੁਧਾਰਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਜੀ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਿਫਤਾਂ ਕੀਤੀਆਂ ਜਾਣ ਨਾ ਮੈਂ ਤੋਂ ਸਿਫਤਾਂ ਕੀਤੀਆਂ ਜਾਣ ਨਾ ਮੈਂ ਤੋਂ ਤੇਰੇ ਦਰਬਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ 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 ਦੀਆਂ ਮਿੱਠਾਪੁਰ ਵਿੱਚ ਡੇਰਾ ਲਾਇਆ ਜਿੱਥੇ ਸੋਹਣਾ ਦਰਬਾਰ ਸਜਾਇਆ ਮਿੱਠਾਪੁਰ ਵਿੱਚ ਡੇਰਾ ਲਾਇਆ ਜਿੱਥੇ ਸੋਹਣਾ ਦਰਬਾਰ ਸਜਾਇਆ ਜਿੱਥੇ ਸੋਹਣਾ ਦਰਬਾਰ ਸਜਾਇਆ ਜਿੱਥੇ ਸੋਹਣਾ ਦਰਬਾਰ ਸਜਾਇਆ ਮਿੱਠਾਪੁਰ ਵਿੱਚ ਡੇਰਾ ਲਾਇਆ ਜਿੱਥੇ ਸੋਹਣਾ ਦਰਬਾਰ ਸਜਾਇਆ ਜਿੱਥੇ ਸੋਹਣਾ ਦਰਬਾਰ ਸਜਾਇਆ ਜਿੱਥੇ ਸੋਹਣਾ ਦਰਬਾਰ ਸਜਾਇਆ ਮੋਣ ਲਾਲ ਵਾਂਗੂ ਕਰਾਂ ਉਡੀਕਾਂ ਮੋਣ ਲਾਲ ਵਾਂਗੂ ਕਰਾਂ ਉਡੀਕਾਂ ਤੇਰੇ ਦੀਦਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸੰਗ ਤੇ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਬੇਪਰਵਾਹ ਸਰਕਾਰ ਦੀਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਿਫਤਾਂ ਕੀਤੀਆਂ ਜਾਣ ਨਾ ਮੈਂ ਤੋਂ ਸਿਫਤਾਂ ਕੀਤੀਆਂ ਜਾਣ ਨਾ ਮੈਂ ਤੋਂ ਤੇਰੇ ਦਰਬਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸੰਗ ਤੇ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ ਸਭ ਤੇ ਮੇਰਾ ਹੋਈਆਂ ਬੇਪਰਵਾਹ ਸਰਕਾਰ ਦੀਆਂ 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 ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਮਹਾਰਾਜ ਦੇਖੋ ਕਿੱਦਾਂ ਦੀ ਕਿਰਪਾ ਕੀਤੀ ਹੋਈ ਆ ਕਲਾਕਾਰ ਵੀ ਬੱਚੇ ਨਗਰ ਦੇ ਭਾਈ ਵੀ ਵੱਡੇ ਤੋਂ ਵੱਡੇ ਭਾਈ ਜਿਹੜੇ ਭਾਈ ਨਾ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਆ ਭਾਈ ਉਹਨਾਂ ਤੋਂ ਵੀ ਵੱਡੇ ਭਾਈ ਆ ਇੱਥੇ ਰਹਿੰਦੇ ਭਾਈ ਸਤਿਗੁਰਾਂ ਦੇ ਚਰਨਾਂ 'ਚ ਏਡੇ ਏਡੇ ਵੱਡੇ ਭਾਈ ਆ ਸਿਫਤੀ ਨਹੀਂ ਕੀਤੀ ਜਾ ਸਕਦੀ ਭਾਈ ਸਤਿਗੁਰੂ ਨੇ ਬਣਾਇਆ ਭਾਈ ਹਲਵਾਈ ਇੱਥੇ ਤੇ ਸਾਡੇ ਜਿਹੜੇ ਕੈਮਰੇ ਵਾਲੇ ਇੱਥੇ ਸਾਰੇ ਫੋਟੋਗ੍ਰਾਫਰ ਇੱਥੇ ਬਾਬਿਆਂ ਨੇ ਪੈਦਾ ਕੀਤੇ ਆ ਗੁਆਂਢ 'ਚ ਹੀ ਸਾਰੇ ਰਹਿੰਦੇ ਆ ਸਾਰੇ ਬਾਬੇ ਦੇ ਆਲੇ ਦੁਆਲੇ ਜੀ ਕੋਈ ਦੂਰੋਂ ਨਹੀਂ ਲਿਆਉਣੇ ਪੈਂਦੇ ਤੇ ਗੁਰੂ ਪਿਆਰੀ ਸਾਧ ਸੰਗਤ ਇਹ ਜਿਹੜਾ ਕੱਕਾ ਬੱਚਾ ਗਾਉਂਦਾ ਪਿਆ ਨਾ ਸ਼ਬਦ ਏਡਾ ਵੱਡਾ ਲੈਵਲ ਬਣਾਉਣ ਵਾਸਤੇ ਏਡਾ ਵੱਡਾ ਇਸ ਦਰਬਾਰ ਦਾ ਰੁਤਬਾ ਬਣਾਉਣ ਵਾਸਤੇ ਮੁਸ਼ਕਲਾਂ ਬੜੀਆਂ ਆਈਆਂ ਕਠਿਨਾਈਆਂ ਬੜੀਆਂ ਆਈਆਂ ਪਰ ਤਾਨਿਆਂ ਨਗਰ ਦੀਆਂ ਸੰਗਤਾਂ ਮੇਰੇ ਸਤਿਗੁਰਾਂ ਦੀਆਂ ਬੱਚੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿਹੜੀਆਂ ਦਾਸ ਦੇ ਨਾਲ ਬੁੱਢੀਆਂ ਹੋ ਗਈਆਂ ਇੱਥੇ ਭਾਈ 21 ਸਾਲ ਦਾ ਬਹੁਤ ਵੱਡਾ ਲੰਬਾ ਸਫ਼ਰ ਹੁੰਦਾ ਭਾਈ 21 ਸਾਲ ਸਾਨੂੰ ਇਸ ਲੈਵਲ ਤੱਕ ਪਹੁੰਚਣ ਵਾਸਤੇ ਲੱਗੇ ਔਰ ਜਿਹੜਾ ਬੇਪਰਵਾਹ ਮਹਾਰਾਜ ਦਾ ਕਾਰਜ 1958 ਚ ਹੋਣਾ ਸੀਗਾ ਉਹ 2020 ਚ ਸ਼ੁਰੂ ਹੋਇਆ ਭਾਈ ਜਿਹੜਾ ਕਾਰਜ ਮਹਾਰਾਜ ਦਾ ਮਸਤਾਂ ਦਾ
1958 'ਚ ਹੋ ਜਾਣਾ ਚਾਹੀਦਾ ਸੀਗਾ, ਉਹ ਉਸ ਕਾਰਜ ਨੂੰ ਦੇਰੀ ਇੰਨੀ ਹੋ ਗਈ ਭਾਈ। 65-66 ਸਾਲ ਬਾਬਾ ਜੀ ਦੇ ਦਰਬਾਰ ਪਹਿਲਾਂ ਬਣ ਜਾਣੇ ਚਾਹੀਦੇ ਸੀ, ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਸਾਧੂ ਜਿਹੜੇ ਹੁੰਦੇ ਨਾ, ਸਾਧੂ ਇਹਨਾਂ ਦੀ ਕੋਈ ਮਹਿਮਾ ਤਾਂ ਬੇਦ ਵੀ ਨਹੀਂ ਕਰ ਸਕਦੇ ਭਾਈ। ਇੱਦਾਂ ਦਾ ਸਾਧੂ ਆ ਬਾਬਾ ਬੇਪਰਵਾਹ ਸਰਕਾਰ ਜੀ ਮਹਾਰਾਜ। ਮਿਠਾਪੁਰ ਦੇ ਬੱਚਿਆਂ ਦੇ, ਬੱਚੀਆਂ ਦੇ, ਆਪਣੀਆਂ ਦੇ ਕਿ ਦੱਸਿਆ ਵੀ ਨਹੀਂ ਜਾ ਸਕਦਾ ਭਾਈ। ਕੋਈ ਸੁਣਦਾ ਹੀ ਰਹਿੰਦਾ ਰਾਤ ਖੁਸ਼ੀਆਂ, ਦਿਨ ਰਾਤ ਮਿਠਾਪੁਰ ਦੀਆਂ ਖੁਸ਼ੀਆਂ ਹੀ ਸੁਣਦਾ ਰਹਿੰਦਾ ਭਾਈ। ਜਿਹੜੇ ਬੱਚੇ ਸਤਿਗੁਰੂ ਕੈਨੇਡਾ ਭੇਜਦੇ ਆ, ਆਸਟ੍ਰੇਲੀਆ ਭੇਜਦੇ ਆ, ਬੱਚੇ ਤਰਸਦੇ ਆ ਸਾਡੇ ਨਾਲ ਗੱਲਾਂ ਕਰਨ ਵਾਸਤੇ ਬਾਹਰ ਵਿਦੇਸ਼ 'ਚ। ਸਾਡੀ ਬੱਚੀ ਦਾ ਸਵੇਰ ਦਾ ਫੋਨ ਆਈ ਜਾਂਦਾ, ਅਸੀਂ ਚੱਕਿਆ ਹੀ ਨਹੀਂ ਅਜੇ ਤੱਕ ਭਾਈ। ਆਸਟ੍ਰੇਲੀਆ ਤੋਂ ਬੱਚੀ ਦਾ ਫੋਨ ਆ ਰਿਹਾ, ਅਸੀਂ ਚੱਕਿਆ ਹੀ ਨਹੀਂ, ਸਾਡੇ ਕੋਲ ਟਾਈਮ ਹੀ ਹੈ ਨਹੀਂਗਾ ਭਾਈ। ਤੇ ਸਤਿਗੁਰੂ ਦੀ ਏਡੀ ਕਿਰਪਾ ਇਹਨਾਂ ਬੱਚਿਆਂ ਤੇ ਬੱਚੀਆਂ ਤੇ ਲੱਖਾਂ ਰੁਪਈਆ ਦਿੰਦੇ ਆ ਭਾਈ ਸਤਿਗੁਰਾਂ ਦੇ ਵਾਸਤੇ। ਇੱਕ ਟੈਲ ਦਾ ਮੁੱਲ ਆ, ਹਜ਼ਾਰ ਰੁਪਏ ਦੀ ਟੈਲ ਲੱਗੀ ਇੱਥੇ ਭਾਈ। 18 ਕੁਆਂਟਲ ਸਰੀਆ ਬਾਬਾ ਬੇਪਰਵਾਹ ਦੀਆਂ ਨੀਹਾਂ 'ਚ ਪਿਆ ਹੋਇਆ ਭਾਈ। 18 ਕੁਆਂਟਲ ਸਰੀਆ ਮੰਨੂਗਾ ਕੋਈ ਭਾਈ? ਏਡਾ ਨਿੱਕਾ ਜਿਹਾ ਕਮਰਾ, 18 ਕੁਆਂਟਲ ਸਰੀਆ ਸਤਿਗੁਰਾਂ ਦੇ ਨੀਹਾਂ 'ਚ ਪਿਆ ਹੋਇਆ ਭਾਈ। ਤੇ ਗੁਰੂ ਪਿਆਰੀ ਸਾਧ ਸੰਗਤ, ਇਹ ਸਾਰਾ ਸਹਿਯੋਗ ਜਿਹੜਾ ਹੈ ਮਿਠਾਪੁਰ ਦੀਆਂ ਸੰਗਤਾਂ ਦਾ, ਕੋਈ ਬਾਹਰੋਂ ਅਸੀਂ ਪੈਸਾ ਨਹੀਂ ਲਿਆ। ਭੋਲੀ ਭੈਣ ਜੀ ਆ ਤੇ ਬਾਬਾ ਜੀ ਆ, ਬਾਬਾ ਲਾਲਾ ਜੀ, ਭੈਣ ਭਰਾ ਦੋਨੇ ਹੀ ਬਹੁਤ ਧੰਨਵਾਦ ਹੈ ਇਹਨਾਂ ਦਾ। ਜਦੋਂ ਦੀ ਇਹਨਾਂ ਨੇ ਜਗ੍ਹਾ ਸਾਨੂੰ ਦਿੱਤੀ, ਮੇਰਾ ਖਿਆਲ ਹੈ ਰਾਤ ਦਿਨ ਕੰਮ ਚੱਲਦਾ ਪਿਆ ਇੱਥੇ ਗੁਰੂ ਘਰ। ਮਹਾਰਾਜ ਦੀ ਕਿਰਪਾ ਹੈ, ਇਹਨਾਂ ਦੇ ਆਸ਼ੀਰਵਾਦ ਸਾਡੇ ਨਾਲ ਰਹਿਣ, ਇੱਦਾਂ ਬਣੇ। ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ ਬਾਬਾ ਪੂਰਨਾਥ ਜੀ ਬੇਪਰਵਾਹ ਸਾਹਿਬ ਮਹਾਰਾਜ ਕੀ ਜੈ। ਸੰਤ ਸੁਆਮੀ ਸਰਵਣਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ। ਮੇਰੇ ਨਗਰ ਪਿੰਡ ਮਿਠਾਪੁਰ ਦੇਸ ਗੁਰੂ ਘਰ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਾਰੀ ਸੰਗਤ ਬਾਬਾ ਬੇਪਰਵਾਹ ਜੀ ਦੀ ਯਾਦ ਵਿੱਚ, ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਜੁੜ ਬੈਠੀ ਹੈ। ਔਰ ਮੈਂ ਵੀ ਆਪਣੇ ਆਪ ਨੂੰ ਬਹੁਤ ਬੜਵਾਗਾ ਸਮਝਦਾ ਹਾਂ ਕਿ ਮੈਨੂੰ 2 ਮਿੰਟ ਬੋਲਣ ਦਾ ਮੌਕਾ ਮਿਲਿਆ। ਥੱਲੇ ਬਹਿ ਨਹੀਂ ਹੁੰਦਾ, ਇਸ ਕਰਕੇ ਮੈਂ ਸਟੈਂਡ ਤੇ ਖੜਾ ਹੋ ਕੇ ਬੋਲਣ ਦੀ ਕੋਸ਼ਿਸ਼ ਕਰਾਂਗਾ। ਮੇਰਾ ਬਚਪਨ ਇੱਥੇ ਪਿੰਡ ਦੇ ਵਿੱਚ ਬੀਤਿਆ। 10, 12, 15, 14 ਸਾਲ ਮੈਂ ਉਸ ਘਰ ਵਿੱਚ ਰਿਹਾ, ਮਾਂ ਨੇ ਪਾਲਿਆ। 5-7 ਸਾਲ ਇੱਧਰ ਅੰਦਰ ਵਾਲੇ ਘਰ 'ਚ ਰਿਹਾ। ਫਿਰ ਮੈਂ 21 ਸਾਲ ਦੀ ਉਮਰ ਵਿੱਚ ਹੀ ਦਿੱਲੀ ਚਲਾ ਗਿਆ। ਪਰ ਮੇਰੀਆਂ 21 ਸਾਲ ਦੀਆਂ ਜਿਹੜੀਆਂ ਯਾਦਾਂ ਹੈ, ਉਹ ਮੈਂ ਕਈ ਕਿਤਾਬਾਂ ਦੇ ਵਿੱਚ ਮਿਠੇਪੁਰ ਦੀਆਂ, ਹੋਰ ਸਾਰੀਆਂ ਆਪਣੀ ਜੀਵਨ ਦੀਆਂ, ਖੇਲਦੇ ਰਹੇ ਗਲੀਆਂ ਦੇ ਵਿੱਚ, ਕੀ ਕੰਮ ਕਰਦੇ ਰਹੇ, ਉਹ ਲਿਖਿਆ। ਤੇ ਬਾਬਾ ਬੇਪਰਵਾਹ ਜੀ ਦੇ ਵੀ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਹੁਤ ਛੋਟੇ ਸੀ, ਛੋਟੀ ਉਮਰ ਦੇ, ਪਰ ਉਸ ਉਮਰ ਦੇ ਵਿੱਚ ਵੀ ਜਿਹੜੀਆਂ ਮੈਨੂੰ 1-2 ਗੱਲਾਂ ਯਾਦ ਹਨ। ਉਹ 5-7 ਸਾਲ ਪਹਿਲਾਂ ਮੈਂ ਇੱਕ ਵਾਰੀ ਇੱਥੇ ਆਇਆ ਤੇ ਮੈਨੂੰ ਇੱਦਾਂ ਵਿੱਚ ਕੁਐਸਚਨ ਕੀਤਾ ਕਿ ਚਾਚਾ ਜੀ ਤੁਸੀਂ ਗੁਰਦੁਆਰਾ ਕਦੋਂ ਬਣਿਆ ਸੀ, ਇਹਦੇ ਬਾਰੇ ਕੁਝ ਜਾਣਦੇ ਆ? ਮੈਂ ਕਿਹਾ ਵੀ ਇਹ ਮੇਰੀ ਸੁਰਤ ਤੋਂ ਪਹਿਲਾਂ ਦਾ ਬਣਿਆ ਸੀ, ਔਰ ਮੈਂ ਤਾਂ ਇੰਨਾ ਹੀ ਦੇਖਿਆ ਕਿ ਇੱਥੇ ਦਲਾਨ ਬਣਿਆ ਸੀ, ਉਹਦੇ ਆਲੇ ਦੁਆਲੇ 2 ਕੋਠੜੀਆਂ ਬਣੀਆਂ ਹੋਈਆਂ ਸਨ। ਇੱਕ ਕੋਠੜੀ ਦੇ ਵਿੱਚ ਬਰਤਨ ਰੱਖੇ ਹੋਏ ਸਨ ਪਿੱਤਲ ਦੇ, ਜਿਹੜੇ ਵਿਆਹ ਸ਼ਾਦੀਆਂ ਵਿੱਚ ਦਿੰਦੇ ਸਨ, ਤੇ ਇੱਕ ਕੋਠੜੀ ਵਿੱਚ ਬਾਬਾ ਬੇਪਰਵਾਹ ਜੀ ਰਹਿੰਦੇ ਸਨ। ਤੇ ਉੱਪਰ ਇੱਕ ਛੋਟਾ ਜਿਹਾ ਕਮਰਾ ਚੁਬਾਰਾ ਬਣਾਇਆ ਹੋਇਆ ਸੀ। ਜਦੋਂ ਕਿਸੇ ਦਾ ਕੋਈ ਵਿਆਹ ਸ਼ਾਦੀ ਹੁੰਦਾ ਸੀ ਤੇ ਬਰਾਤਾਂ ਇੱਥੇ ਬਹਿੰਦੀਆਂ ਸਨ।
ਦਾਸ ਗੁਰਦੁਆਰਾ ਹੈ। ਇੱਥੇ ਇੱਕ ਛੱਪੜ ਹੋਇਆ ਕਰਦਾ ਸੀ। ਗੁਰਦੁਆਰੇ ਦੇ ਮੋਹਰ ਦੀ ਜਿਹੜੀ ਗਲੀ ਜਾਂਦੀ ਹੈ, ਆਹ ਵਾਲੀ ਗਲੀ, ਇੱਥੇ ਹੋਈ ਸੀਗੀ ਤੇ ਇੱਧਰ ਸਾਰਾ ਛੱਪੜ ਸੀ ਜਿੱਥੇ ਬਿਲਡਿੰਗ ਬਣੀ ਹੋਈ ਹੈ। ਸਾਰੇ ਇੱਕ ਜਾਂ ਅੱਧੇ ਅੱਧੇ ਮਰਲੇ ਵਿੱਚ ਰਹਿੰਦੇ ਸਨ। ਗੁਰਦੁਆਰੇ ਦੇ ਨਾਲ ਜਿਹੜਾ ਵੱਡਾ ਰਸਤਾ ਜਾਂ ਸੜਕ, ਇਹ ਘਰਾਂ ਦੇ ਬਾਹਰ ਜਾਂਦੀ ਸੀ। ਆਹ ਜਿਹੜੀ ਰੋਡ ਹੈ, ਇੱਧਰੋਂ ਕਿਸੇ ਦਾ ਵੀ ਦਰਵਾਜ਼ਾ ਇੱਧਰ ਨੂੰ ਨਹੀਂ ਸੀ, ਅੰਦਰਲੇ ਪਾਸੇ ਨੂੰ ਸੀ। ਜਿਹੜੀ ਪਿੰਡ ਦੇ ਬਾਹਰ ਵਾਲੀ ਹੈ, ਹੌਲੀ ਹੌਲੀ ਪਰਿਵਾਰ ਵਧਣੇ ਸ਼ੁਰੂ ਹੋਏ। ਲੋਕਾਂ ਨੂੰ ਜ਼ਮੀਨ ਖਰੀਦਣ ਦਾ ਸੰਵਿਧਾਨਕ ਹੱਕ ਮਿਲਿਆ। ਪਹਿਲਾਂ ਜਿੰਨੇ ਵੀ ਘਰ ਸੀਗੇ ਸਾਰਿਆਂ ਕੋਲ ਮਰਲਾ, ਅੱਧਾ ਅੱਧਾ ਮਰਲਾ, ਔਰ ਉਹਨਾਂ ਦੀ ਕਿਸੇ ਦੀ ਰਜਿਸਟਰੀ ਨਹੀਂ ਸੀ, ਕਿਸੇ ਦੇ ਨਾਂ ਤੇ ਨਹੀਂ ਸੀ। ਮੈਂ ਹੀ ਕਈ ਦਫਾ ਹੈਰਾਨ ਹੁੰਦਾ ਕਿ ਸਾਡੇ ਉਹ ਘਰ ਦੀ ਜਗ੍ਹਾ ਪਤਾ ਨਹੀਂ 2 ਮਰਲੇ ਜਾਂ 1.5 ਮਰਲਾ, ਉਹਦੇ ਵਿੱਚ 4 ਪਰਿਵਾਰ ਰਹਿੰਦੇ ਸਨ, 4 ਪਰਿਵਾਰ, ਔਰ ਪਰਿਵਾਰ ਵੀ ਵੱਡੇ ਹੁੰਦੇ ਸਨ। ਫਿਰ ਇੱਧਰ ਹਵੇਲੀ ਸੀਗੀ, ਪਸ਼ੂ ਬੰਨ੍ਹਦੇ ਸੀ, ਤੇ ਬਾਅਦ ਵਿੱਚ ਸਾਡੇ ਤਾਇਆ ਜੀ ਨੂੰ ਇੱਧਰ ਜੁਦਾ ਕਰ ਦਿੱਤਾ, ਤੇ ਇੱਧਰ ਮੇਰੇ ਪਿਤਾ ਜੀ ਦੇ ਰਹਿ ਗਏ। ਲੋਕਾਂ ਨੇ ਗੁਰਦੁਆਰੇ ਦੇ ਰਾਹ ਉੱਤੇ ਜ਼ਮੀਨ ਖਰੀਦ ਕੇ ਘਰ ਬਣਾਉਣੇ ਸ਼ੁਰੂ ਕੀਤੇ। ਗੁਰਦੁਆਰੇ ਦੇ ਮੋਹਰੇ ਜਿੱਥੇ ਗਲੀ ਅੰਦਰ ਨੂੰ ਜਾਂਦੀ ਹੈ, ਉੱਥੇ ਖੂਹੀ ਹੋਇਆ ਕਰਦੀ ਸੀ, ਜਿੱਥੇ ਤੁਸੀਂ ਬੈਠੇ ਆ, ਜਿਹੜੀ ਆਧਰਮੀ ਬਰਾਦਰੀ ਦੀ ਹੀ ਸੀ। ਇਸ ਕੱਚੀ ਖੂਹੀ ਹੋਇਆ ਕਰਦੀ ਸੀ। ਲੋਕੀ ਇੱਥੋਂ ਪਾਣੀ ਭਰਦੇ ਸਨ, ਪਸ਼ੂਆਂ ਨੂੰ ਵੀ ਇੱਥੇ ਹੀ ਪਾਣੀ ਪਿਲਾਉਂਦੇ ਤੇ ਨਹਾਉਂਦੇ ਸਨ। ਮੈਂ ਦੇਖਦਾ ਪਸ਼ੂਆਂ ਨੂੰ ਜਦੋਂ ਪਾਣੀ ਪਿਲਾਉਂਦੇ ਸਨ ਜਾਂ ਪਾਣੀ ਲੈਂਦੇ ਸਨ, ਬਾਹਰ ਰੱਖਿਆ ਜਾਂਦਾ, ਮੇਰੀ ਵਾਰੀ ਆ, ਔਰ ਕਈ ਦਫਾ ਇੱਕ ਦੂਜੇ ਦੇ ਨਾਲ ਉਹ ਵੀ ਜਾਣੇ ਕਿ ਤੂੰ ਮੇਰੀ ਵਾਰੀ ਕਿਉਂ ਪਹਿਲਾਂ ਲੈ ਲਈ ਆ, ਮੇਰੀ ਵਾਰੀ ਸੀਗੀ। ਪਸ਼ੂਆਂ ਨੂੰ ਵੀ ਇੱਥੇ ਹੀ ਪਾਣੀ ਪਿਲਾਉਂਦੇ ਤੇ ਨਹਾਉਂਦੇ। ਇਸ ਗੁਰਦੁਆਰੇ ਦੀ ਜਗ੍ਹਾ ਛੱਪੜ ਹੋਇਆ ਕਰਦਾ ਸੀ, ਜਿਸ ਵਿੱਚ ਖੂਹੀ ਦਾ ਸਾਰਾ ਗੰਦਾ ਪਾਣੀ ਜਾਂਦਾ ਸੀ। ਹੌਲੀ ਹੌਲੀ ਖੂਹੀ ਦੀ ਮੌਂਡ ਤੇ ਆਲਾ ਦੁਆਲਾ ਪੱਕਾ ਕਰ ਦਿੱਤਾ ਗਿਆ ਅਤੇ ਗੰਦੇ ਪਾਣੀ ਦਾ ਨਿਕਾਸ ਦੂਸਰੇ ਛੱਪੜ, ਜਿਸ ਨੂੰ ਗਰਦਾਨਾ ਕਹਿੰਦੇ ਸਨ, ਉਸ ਵਿੱਚ ਪਾ ਦਿੱਤਾ ਗਿਆ। ਇੱਧਰ ਸੀਗਾ, ਉਹ ਹੁਣ ਪੂਰ ਦਿੱਤਾ, ਜਿਸ ਨਾਲ ਗੁਰਦੁਆਰੇ ਦੀ ਜਗ੍ਹਾ ਵਾਲਾ ਛੱਪੜ ਸੁੱਕਣਾ ਸ਼ੁਰੂ ਹੋ ਗਿਆ। ਲੋਕਾਂ ਨੇ ਇੱਥੇ ਮੱਝਾਂ ਆਦਿ ਪਸ਼ੂ ਬੰਨ੍ਹਣੇ ਸ਼ੁਰੂ ਕਰ ਦਿੱਤੇ। ਕੁਝ ਲੋਕ ਖੱਦਰ ਬੁਣਨ ਦਾ ਕੰਮ ਕਰਦੇ ਸਨ, ਉਹ ਇੱਥੇ ਤਾਣਾ ਤੜਨ ਲੱਗ ਪਏ ਅਤੇ ਤਾਣੀ ਸੁਕਾ ਲੈਂਦੇ ਸਨ। ਜ਼ਿਆਦਾਤਰ ਘਰ ਜਿਹੜੇ ਉਹ ਜੁਲਾਈ ਦਾ ਖੱਦਰ ਬੁਣਨ ਦਾ ਕੰਮ ਕਰਦੇ ਸਨ। ਇਹ ਜਗ੍ਹਾ ਖਾਲੀ ਪਈ ਹੋਣ ਕਰਕੇ ਇੱਥੇ ਤਾਣਾ ਲਾ ਲੈਂਦੇ ਸੀ, ਤਾਣੀ ਸੁਕਾਉਂਦੇ ਸੀਗੇ। ਉਹਨਾਂ ਦਿਨਾਂ ਵਿੱਚ ਰੋਲੂ ਹੁਣਾਂ ਦੇ ਪਰਿਵਾਰ ਵਿੱਚ ਸੰਤ ਬਾਬਾ ਬੇਪਰਵਾਹ ਆਉਂਦੇ ਜਾਂਦੇ ਸਨ। ਰੋਲੂ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਜੇ ਮੁੰਡੇ ਦਾ ਮੈਨੂੰ ਨਾਂ ਅਸਲੀ ਪਤਾ ਨਹੀਂ, ਬੀਰੀ ਕਹਿੰਦੇ ਆ। ਉਹ ਕਈ ਦਫਾ ਨਾਂ ਲੈਣ ਵਿੱਚ ਵੀ ਚੰਗਾ ਨਹੀਂ ਲੱਗਦਾ ਕਿ ਉਹਨਾਂ ਦੇ ਬਾਲ ਬੱਚੇ ਵਿਆਹ ਹੋ ਗਏ ਵੀ ਅਸੀਂ ਬੀਰੀ ਕਹੀ ਜਾਈਏ। ਉਹਨਾਂ ਦੇ ਘਰ ਆਉਂਦੇ ਹੁੰਦੇ ਸੀਗੇ ਪਾਖਰ ਉਹਨਾਂ ਦੇ, ਤੇ ਫਿਰ ਹੌਲੀ ਹੌਲੀ ਬਾਕੀ ਘਰ ਵੀ ਬਾਬਾ ਬੇਪਰਵਾਹ ਜੀ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਤੇ ਬਾਬਾ ਬੇਪਰਵਾਹ ਜੀ ਇੱਥੇ ਰਹੇ। ਅਤੇ ਬਾਅਦ ਵਿੱਚ ਉਸ ਛੱਪੜ ਤੇ ਹੀ ਧੂਣਾ ਲਗਾ ਕੇ ਬੈਠ ਗਏ। ਬਾਬਾ ਜੀ ਇੱਥੇ ਧੂਣਾ ਲਗਾ ਕੇ ਬੈਠ ਗਏ ਜਦੋਂ ਇਹ ਸੁੱਕ ਗਿਆ। ਉਹਨਾਂ ਦਾ ਨਾਂ ਪੂਰਨ ਨਾਥ ਸੀ। ਉਹ ਨਾਂਗੇ ਸੰਤ ਸਨ, ਸਿਰਫ ਲੰਗੋਟੀ ਹੀ ਲਗਾ ਕੇ ਰੱਖ ਸਨ, ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਰੱਖਦੇ ਅਤੇ ਹੱਥ ਵਿੱਚ ਡੰਡਾ ਰੱਖਦੇ। ਉਹਨਾਂ ਦਾ ਸਰੀਰ ਬਹੁਤ ਨਿਰੋਗ ਸੀ। ਪਿੰਡ ਦੇ ਸਾਰੇ ਬੰਦੇ, ਬੱਚੇ, ਔਰਤਾਂ ਉਹਨਾਂ ਤੋਂ ਬਹੁਤ ਡਰਦੀਆਂ ਸਨ। ਮੈਂ ਦੇਖਿਆ ਕਿ ਕਈ ਦਫਾ ਰਾਤ ਨੂੰ ਵੀ ਉਹ ਮਸਤੀ ਵਿੱਚ ਆ ਕੇ ਨੱਚਦੇ। ਮੈਂ ਤਾਂ ਬਹੁਤ ਛੋਟਾ ਸੀ, ਮੈਂ ਨਹੀਂ ਦੇਖਿਆ, ਪਰ ਲੋਕਾਂ ਨੇ ਮੈਨੂੰ ਦੱਸਦੇ ਵੀ ਇੱਥੇ ਰਾਤ ਨੂੰ ਉਹਨਾਂ ਨੂੰ ਜਦੋਂ ਮਸਤੀ 'ਚ ਆ ਜਾਣਾ, ਧੂਣਾ ਲੱਗਾ ਹੁੰਦਾ ਤਾਂ ਨੱਚਦੇ ਰਹਿੰਦੇ ਸੀ। ਇੱਕ ਮੈਂ ਹੋਰ ਬੀਬੀਆਂ ਜ਼ਿਆਦਾ ਬੈਠੀਆਂ ਹਨ, ਮੈਂ ਦੱਸ ਦੇਵਾਂ ਕਿ ਉਹ ਜਿਸ ਬੀਬੀ ਨੇ ਸਿਰ ਦੇ ਉੱਤੇ ਕੱਪੜਾ ਨਹੀਂ ਲਿਆ ਹੁੰਦਾ ਸੀ, ਉਹਦੇ ਲਿਜਾ ਕੇ ਠਾ ਡੰਡਾ ਆਪਣਾ ਰੂਲ ਮਾਰ ਦਿੰਦੇ ਸੀ ਵੀ ਬੀਬੀ ਸਿਰ 'ਤੇ ਕੱਪੜਾ ਰਵੋ। ਇਸ ਕਰਕੇ ਮੈਂ ਬੀਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਬਾਬਾ ਬੇਪਰਵਾਹ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਜਾਓ ਤੇ ਆਪਣਾ ਸਿਰ ਚੰਗੀ ਤਰ੍ਹਾਂ ਢੱਕ ਕੇ ਫਿਰ ਬਾਬਾ ਜੀ ਨੂੰ ਮੱਥਾ ਟੇਕੋ, ਜੇ ਉਹਨਾਂ ਦਾ ਆਸ਼ੀਰਵਾਦ ਲੈਣਾ, ਜੇ ਬਾਬਾ ਜੀ ਨੂੰ ਖੁਸ਼ ਕਰਨਾ। ਮੈਂ ਦੇਖਿਆ ਕਿ ਕਈ ਦਫਾ ਰਾਤ ਨੂੰ ਵੀ ਉਹ ਮਸਤੀ ਵਿੱਚ ਆ ਕੇ ਨੱਚਦੇ। ਉਹ ਰੋਟੀ ਆਧਰਮੀ ਘਰਾਂ ਤੋਂ ਮੰਗ ਕੇ ਖਾਂਦੇ ਅਤੇ ਕੁਝ ਰੋਟੀਆਂ ਕੁੱਤਿਆਂ ਨੂੰ, ਦਰਵੇਸ਼ ਨੂੰ ਵੀ ਦਿੰਦੇ। ਉਹ ਔਰਤਾਂ ਨੂੰ ਨੰਗੇ ਸਿਰ ਫਿਰਦੇ ਨਹੀਂ ਦੇਖ ਸਕਦੇ ਸਨ। ਉਸ ਵੇਲੇ ਹੀ ਟੋਕਦੇ ਅਤੇ ਔਰਤਾਂ ਵੀ ਡਰਦੀਆਂ ਨੰਗੇ ਸਿਰ ਨਹੀਂ ਸਨ ਫਿਰਦੀਆਂ। ਬੱਚੇ ਡਰਦੇ ਸਨ, ਵੱਡੇ ਡਰਦੇ ਸਨ। ਕਦੀ ਕਦੀ ਉਹ ਕੁੱਕੀ ਢਾਬ ਵਾਲੀ ਛਪੜੀ 'ਤੇ ਵੀ ਰਾਤ ਨੂੰ ਚਲੇ ਜਾਂਦੇ। ਕੁੱਕੀ ਢਾਬ ਤਾਂ ਸਾਰਿਆਂ ਨੇ ਸੁਣਿਆ, ਉੱਥੇ ਇੱਕ ਛਪੜੀ ਜੀ ਹੁੰਦੀ ਸੀ। ਹੁਣ ਤਾਂ ਉੱਥੇ ਮਕਾਨ ਬਣ ਗਏ, ਕੋਠੀਆਂ ਬਣ ਗਈਆਂ, ਹੈ ਨਹੀਂ, ਪਰ ਉਸ ਛਪੜੀ ਦੇ ਉੱਤੇ ਬੜੀ ਉਹਦੀ ਮਹਾਨਤਾ ਸੀ। ਕਿਸੇ ਦੇ ਬੱਚੇ ਨੂੰ ਸੋਕੜਾ ਹੋ ਜਾਂਦਾ ਸੀ, ਰਿਸ਼ਤੇਦਾਰਾਂ ਤੋਂ ਵੀ ਦੂਰ ਦੂਰੋਂ ਆ ਕੇ ਉੱਥੋਂ ਮਿੱਟੀ ਲਿਜਾ ਕੇ ਉਹ ਬੱਚੇ ਨੂੰ ਮਲਦੇ ਸਨ ਜਾਂ ਉੱਥੇ ਨਹਾਉਂਦੇ ਸਨ ਤਾਂ ਉਹ ਆਰਾਮ ਆ ਜਾਂਦਾ ਸੀ।
ਔਰ ਬਾਬਾ ਜੀ ਰਾਤ ਨੂੰ ਉੱਥੇ ਜਾਂਦੇ ਸਨ, ਇਹਨਾਂ ਮੈਨੂੰ ਦੱਸਿਆ। ਭਗਤੀ ਵਿੱਚ ਮਸਤੀ ਵਿੱਚ ਨੱਚਦੇ ਕੁੱਕੀ ਢਾਬ ਪਿੰਡ ਗਰਕ ਗਿਆ, ਜੋ ਖੁੱਲ੍ਹ ਕਿੰਗਰੇ ਦੇ ਰਾਹ 'ਤੇ ਸੀ। ਹੁਣ ਉੱਥੇ ਕਲੋਨੀਆਂ ਵਸ ਗਈਆਂ। ਮੈਂ ਨਹੀਂ ਉਹ ਕੁੱਕੀ ਪਿੰਡ ਦੇਖਿਆ ਜਾਂ ਕੁੱਕੀ ਢਾਬ ਦੇਖੀ, ਮੈਂ ਤਾਂ ਉਹ ਗਰਕਿਆ ਹੀ ਦੇਖਿਆ, ਜਦੋਂ ਇੱਕ ਬੜਾ ਉੱਚਾ ਟਿੱਬਾ ਜਿਹਾ ਬਣਿਆ ਹੋਇਆ ਸੀ। ਜਦੋਂ ਇਹ ਛੱਪੜ ਸੁੱਕ ਗਿਆ ਤਾਂ ਬਾਬਾ ਪੂਰਨ ਨਾਥ ਜੀ ਨੇ 5-6 ਸਿਆਣੇ ਬੰਦਿਆਂ ਨੂੰ ਨਾਲ ਲਿਆ। ਆਹ ਗੱਲ ਸੁਣਨ ਵਾਲੀ ਆ। ਜਦੋਂ ਇਹ ਛੱਪੜ ਸੁੱਕ ਗਿਆ ਤਾਂ ਬਾਬਾ ਪੂਰਨ ਨਾਥ ਜੀ ਨੇ 5-6 ਸਿਆਣੇ ਬੰਦਿਆਂ ਨੂੰ ਨਾਲ ਲਿਆ, ਜਿਨ੍ਹਾਂ ਵਿੱਚ ਮੀਹਾਂ ਤੇ ਮਾਗੂ ਮੱਲ ਪਰਿਵਾਰ ਵਿੱਚੋਂ, ਰੋਲੂ ਜੁੰਮਾ ਫੁੰਮਣ ਖੁੱਤਣ ਪਰਿਵਾਰ ਵਿੱਚੋਂ, ਕਾਨਾ ਚੂੜਾ ਮਹੇ ਪਰਿਵਾਰ ਵਿੱਚੋਂ, ਗਾਈਆ ਸੈਗਲ ਪਰਿਵਾਰ ਵਿੱਚੋਂ, ਅਮੀ ਹਕੀਮ ਚੁੰਬਰ ਪਰਿਵਾਰ ਵਿੱਚੋਂ। ਇਹਨਾਂ ਵਿੱਚ ਜੁੰਮਾ ਅਤੇ ਚੂੜਾ ਬਹੁਤ ਸਿਆਣੇ ਸਨ। ਜੁੰਮਾ ਚੂੜਾ ਜਿਹੜਾ ਸੀ ਉਹ ਸ਼ਿੰਦਰਪਾਲ ਹੁਣੀ ਜਿਹੜੇ ਉੱਥੇ ਖੇੜੇ ਰਹਿੰਦੇ ਉਹਨਾਂ ਦੇ ਬਾਬਾ ਜਾਂ ਪੜਦਾਦਾ ਸੀਗੇ, ਅਤੇ ਜੁੰਮਾ ਜਿਹੜੇ ਸੀਗੇ ਆਪਣੇ ਕਮਲਜੀਤ ਹੁਣਾਂ ਦੇ ਨਾਨੇ ਪੜਨਾਨੇ ਸੀਗੇ। ਅਤੇ ਉਹਨਾਂ ਦਾ ਸਾਰਾ ਪਿੰਡ ਉਦੋਂ ਪੰਚਾਇਤਾਂ ਜਾਂ ਕੋਰਟ ਕਚਹਿਰੀਆਂ 'ਚ ਨਹੀਂ ਕੋਈ ਜਾਂਦਾ ਸੀ। ਜੋ ਉਹਨਾਂ ਨੇ ਫੈਸਲਾ ਦੇ ਦਿੱਤਾ ਸਾਰੇ ਉਹਨੂੰ ਮੰਨ ਜਾਂਦੇ ਸਨ। ਇਸ ਕਰਕੇ ਉਹਨਾਂ ਦੀ ਬਹੁਤ ਇੱਜ਼ਤ ਸੀ। ਹੋਰ ਵੀ ਇੱਕ ਆਦਿ ਧਰਮ ਕਿਤਾਬ ਹੈ, ਉਹਦੇ ਵਿੱਚ ਵੀ ਉਹਨਾਂ ਦਾ ਨਾਂ ਆਉਂਦਾ ਹੈ। ਉਹਨਾਂ ਦੀ ਗੱਲ ਕੋਈ ਨਹੀਂ ਮੋੜਦਾ ਸੀ। ਬਾਬਾ ਜੀ ਨੇ ਇਹਨਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਪਸ ਵਿੱਚ ਪਾਟਣਾ ਨਹੀਂ ਹੈ ਅਤੇ ਇਕਮੁੱਠ ਹੋ ਕੇ ਰਹਿਣਾ ਹੈ। ਇਹ ਛੱਪੜ ਦੀ ਸਾਂਝੀ ਅਤੇ ਸ਼ਾਮਲਾਟ ਜਗ੍ਹਾ ਹੈ, ਆਪਾਂ ਇੱਥੇ ਗੁਰਦੁਆਰਾ ਬਣਾਉਣਾ। ਜ਼ਿਮੀਂਦਾਰਾਂ ਅਤੇ ਕੁਝ ਹੋਰ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ। ਬਾਬਾ ਜੀ ਨੇ ਛੱਪੜ ਦੇ ਇੱਕ ਕੋਨੇ 'ਤੇ ਆਪਣਾ ਚਿਮਟਾ ਗੱਡ ਦਿੱਤਾ ਅਤੇ ਕਿਹਾ, ਜਿਸ ਦੀ ਹਿੰਮਤ ਹੈ ਇਸ ਨੂੰ ਪੁੱਟ ਕੇ ਦਿਖਾਓ। ਇਹ ਬੜੀ ਹਿੰਮਤ ਵਾਲੀ ਗੱਲ ਹੁੰਦੀ ਹੈ। ਪਰ ਕਿਸੇ ਦਾ ਸਾਹਸ ਨਹੀਂ ਹੋਇਆ ਕਿ ਚਿਮਟੇ ਨੂੰ ਹੱਥ ਵੀ ਲਗਾਉਣ। ਲੋਕਾਂ ਨੇ ਅਲੀਪੁਰ ਦੇ ਟਿੱਬਿਆਂ ਤੋਂ ਰੇਤਾ ਲਿਆ ਕੇ ਛੱਪੜ ਪੂਰ ਦਿੱਤਾ, ਜਗ੍ਹਾ ਉੱਚੀ ਕਰ ਦਿੱਤੀ। ਇੱਕ ਛੋਟਾ ਜਿਹਾ ਛੱਪਰਾ ਪਾ ਲਿਆ, ਜਿਸ ਵਿੱਚ ਬਾਬਾ ਪੂਰਨ ਨਾਥ ਜੀ ਧੂਣਾ ਲਾ ਕੇ ਬੈਠ ਗਏ। ਪਹਿਲਾਂ ਇਸ ਨੂੰ ਗੁਰਦੁਆਰਾ ਹੀ ਕਹਿੰਦੇ ਸਨ, ਫਿਰ ਰਵਿਦਾਸ ਗੁਰਦੁਆਰਾ ਕਹਿਣ ਲੱਗ ਪਏ ਅਤੇ ਹੁਣ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਹਿੰਦੇ ਹਨ। ਫਿਰ ਜ਼ਿਮੀਂਦਾਰਾਂ ਤੋਂ ਗੱਡੇ ਲੈ ਕੇ ਘਰ ਪ੍ਰਤੀ ਇੱਕ ਆਦਮੀ ਲੈ ਕੇ ਮਿੱਟੀ ਲਿਆ ਕੇ ਭਰਤੀ ਪਾ ਦਿੱਤੀ। ਵਿੱਚ ਇੱਕ ਪਿੱਪਲ ਦਾ ਦਰਖਤ ਲਾ ਦਿੱਤਾ ਗਿਆ। ਇਸ ਕੋਨੇ 'ਤੇ ਜਿੱਥੇ ਹੁਣ ਨਿਸ਼ਾਨ ਸਾਹਿਬ ਲਗਾਇਆ ਨਾ, ਇੱਥੇ ਬਹੁਤ ਭਾਰਾ ਇੱਕ ਪਿੱਪਲ ਦਾ ਦਰਖਤ ਹੁੰਦਾ ਸੀਗਾ। ਪਤਾ ਨਹੀਂ ਸੇਵਾਦਾਰਾਂ ਨੇ ਜਾਂ ਪਿੰਡ ਦੇ ਬੰਦੇ ਨੇ ਕਿਉਂ ਵੱਢ ਦਿਆ, ਪਰ ਇਹੋ ਜਿਹੀਆਂ ਜਿਹੜੀਆਂ ਯਾਦਗਾਰਾਂ ਹੁੰਦੀਆਂ, ਧਰੋਤ ਹੁੰਦੀਆਂ, ਉਹਨਾਂ ਨੂੰ ਵੱਢਣਾ ਨਹੀਂ ਚਾਹੀਦਾ, ਇੱਕ ਰੱਖਣਾ ਚਾਹੀਦਾ। ਉਹਦੇ ਨਾਲ ਪਤਾ ਲੱਗਦਾ ਕਿ ਪਿੰਡ ਦੀ ਉਮਰ ਕਿੰਨੀ ਹੈ, ਕਿੰਨੇ ਸਾਲ ਇਹ ਪੁਰਾਣਾ ਹੈ, ਅਤੇ ਪਿੰਡ ਇਸ ਤੋਂ ਵੀ ਜ਼ਿਆਦਾ ਪੁਰਾਣਾ ਹੋਏਗਾ। ਇੱਥੇ ਖੂਹੀ ਸੀ, ਜੇ ਖੂਹੀ ਨੂੰ ਢਾਹ ਕੇ ਪੂਰ ਦਿੱਤਾ ਤੇ ਤੁਸੀਂ ਬੈਠੇ ਆ। ਪਰ ਜੇ ਖੂਹੀ ਨੂੰ ਵੀ ਮੈਂ ਤਾਂ ਕਹਿੰਦਾ ਰੱਖਣਾ ਚਾਹੀਦਾ ਸੀ। ਕਈ ਪਿੰਡਾਂ ਵਿੱਚ ਮੈਂ ਜਾ ਕੇ ਦੇਖਿਆ ਕਿ ਉਹਨਾਂ ਨੇ ਉਹਨੂੰ ਪ੍ਰੀਜ਼ਰਵ ਕੀਤਾ ਹੈ, ਢੱਕ ਕੇ ਉੱਥੇ ਖੂਹੀ ਦੇ ਉੱਤੇ ਖਵਾਜਾ ਜੀ ਦੀ ਫੋਟੋ ਜਾਂ ਰੱਖ ਕੇ ਉੱਥੇ ਹਾਲੇ ਵੀ ਲੋਕ ਉੱਥੇ ਆ ਕੇ ਦਲੀਆ ਦਿੰਦੇ ਹਨ, ਕਿਉਂਕਿ ਘਰਾਂ ਦੇ ਵਿੱਚ ਹੁਣ ਟੂਟੀਆਂ ਲੱਗੀਆਂ ਹੋਈਆਂ ਹਨ। ਪਹਿਲਾਂ ਇੱਥੇ ਸਾਰੇ ਖੂਹੀਆਂ 'ਤੇ ਆ ਕੇ ਹੀ ਦਲੀਆ ਦਿੰਦੇ ਹੁੰਦੇ ਸਨ। ਇੱਕ ਵਾਰੀ ਮੈਨੂੰ ਯਾਦ ਹੈ ਕਿ ਮੀਂਹ ਨਹੀਂ ਪਿਆ ਅਤੇ ਸਾਰੇ ਪਿੰਡ ਦੇ ਵਿੱਚੋਂ ਕਣਕ ਇਕੱਠੀ ਕੀਤੀ, ਦਲੀਆ ਵਸਾਇਆ, ਗੁੜ ਲਿਆਂਦਾ, ਉਹਦਾ ਇੱਥੇ ਫਿਰ ਦਲੀਆ ਬਣਾ ਕੇ ਇੱਥੇ ਵੰਡਿਆ ਸਾਰਿਆਂ ਨੂੰ ਖੂਹੀ ਦੇ ਉੱਤੇ। ਅਤੇ ਫਿਰ ਕਹਿੰਦੇ ਸੀ ਵੀ ਮੈਂ ਇਹਨਾਂ ਸੁਣਿਆ ਹੀ ਆ ਵੀ ਇਹ ਮੇਰੇ ਦੇਖਣ ਦੀ ਗੱਲ ਹੈ ਕਿ ਮੀਂਹ ਫਿਰ 2-4 ਦਿਨ ਬਾਅਦ ਬਹੁਤ ਮੀਂਹ ਪਿਆ। ਇੱਦਾਂ ਹੀ ਇਸ ਖੂਹੀ ਦੀ ਇੱਕ ਹੋਰ ਬੜੀ ਮੈਨੂੰ ਯਾਦ ਆ ਗਈ ਗੱਲ। ਇੱਕ ਵਾਰੀ ਜਿੰਨੀਆਂ ਇੱਥੇ ਸਾਰੇ ਘਰਾਂ ਦੇ ਪਸ਼ੂ ਹੁੰਦੇ ਸੀ, ਹੁਣ ਤਾਂ ਨਹੀਂ ਰੱਖੇ ਹੋਏ, ਉਹਨਾਂ ਦੇ ਸਾਰਿਆਂ ਨੂੰ ਖੁਰਾਂ 'ਚ ਖੁਰਕ ਦੀ ਬਿਮਾਰੀ ਪੈ ਗਈ, ਆਰਾਮ ਨਹੀਂ ਆ ਰਿਹਾ ਸੀ। ਅਤੇ ਲੋਕਾਂ ਕੁਝ ਸਿਆਣੇ ਬੰਦੇ ਸੀ, ਉਹ ਕਹਿੰਦੇ ਜੀ ਬਾਬਾ ਸਿੱਧਾ ਰੋਟ ਦਿਓ ਅਤੇ ਸ਼ਾਇਦ ਠੀਕ ਹੋ ਜਾਣਗੇ। ਫਿਰ ਸਾਰੇ ਘਰਾਂ ਤੋਂ ਕਿਲੋ ਸੇਰ 2-2 ਸੇਰ ਆਟਾ ਦਾਣਾ ਇਕੱਠਾ ਕਰਕੇ ਇੱਥੇ ਫਿਰ ਪਾਥੀਆਂ ਲਿਆ ਕੇ ਉਹਦੇ ਵਿੱਚ ਰੋਟ ਬਣਾਇਆ ਬਹੁਤ ਵੱਡਾ ਸਾਰਾ, ਔਰ ਫਿਰ ਪਿੰਡ ਵਿੱਚ ਵੰਡਿਆ। ਅਤੇ ਕੁਝ ਦਿਨਾਂ ਬਾਅਦ ਮੈਨੂੰ ਇੰਨਾ ਪਤਾ ਹੈ ਕਿ ਆਸਥਾ ਦੀ ਗੱਲ ਹੈ, ਉਹ ਪਸ਼ੂਆਂ ਦੇ ਖੁਰਾਂ ਦਾ ਜਿਹੜੀ ਬਿਮਾਰੀ ਸੀ ਉਹ ਠੀਕ ਹੋ ਗਈ। ਪਹਿਲਾਂ ਇਸ ਨੂੰ ਜ਼ਿਮੀਂਦਾਰਾਂ ਤੋਂ ਗੱਡੇ ਲੈ ਕੇ ਘਰ ਪ੍ਰਤੀ ਇੱਕ ਆਦਮੀ ਮਿੱਟੀ ਲਿਆ ਕੇ ਭਰਤੀ ਪਾਈ। ਪਿੱਪਲ ਦਾ ਦਰਖਤ ਲਗਾਇਆ ਹੋਇਆ ਸੀ। ਪਤਾ ਲੱਗਾ ਕਿ ਜ਼ਿਮੀਂਦਾਰਾਂ ਦੇ ਦਾਨੇ ਮਾਨੇ, ਇੱਧਰ ਜਿਹੜੇ ਭਜਨੇ ਹੁਣੀ ਰਹਿੰਦੇ, ਉਹਨਾਂ ਦੇ ਪਿਤਾ ਜੀ ਦਾ ਨਾਂ ਸੀ ਦਾਨੇ ਮਾਨੇ ਪਰਿਵਾਰ ਸੀ। ਬਾਬਿਆਂ ਦਾ ਪਰਿਵਾਰ, ਪੈਂਚਾਂ ਦੇ ਪਰਿਵਾਰ ਅਤੇ ਦਰੋਗਿਆਂ ਦੇ ਪਰਿਵਾਰ ਨੇ ਗੱਡਿਆਂ ਦੀ ਸੇਵਾ ਦਿੱਤੀ। ਆਹ ਧਰਮੀ ਬਰਾਦਰੀ ਦੇ ਲੋਕਾਂ ਨੂੰ
ਵੱਡੇ ਗੁਰਦੁਆਰੇ ਜਾਣ ਨਹੀਂ ਦਿੱਤਾ ਜਾਂਦਾ ਸੀ। ਜਿਹੜਾ ਹੁਣ ਸਿੰਘ ਸਭਾ ਦਾ ਗੁਰਦੁਆਰਾ, ਉੱਥੇ ਅਸੀਂ ਵੀ, ਮੈਨੂੰ ਯਾਦ ਹੈ ਕਿ ਛੋਟੇ ਛੋਟੇ ਹੁੰਦੇ ਸੀ ਪ੍ਰਸ਼ਾਦ ਲੈਣ ਨੂੰ ਬਾਹਰ ਖੜੇ ਰਹਿਣਾ। ਇੱਕ ਵਾਰੀ ਪ੍ਰਸ਼ਾਦ ਲਿਆ, ਫਿਰ ਮਿੱਟੀ ਦੇ ਵਿੱਚ ਹੱਥ ਪੂੰਝ ਕੇ ਫਿਰ ਦੁਬਾਰਾ ਮੂਹਰੇ ਕਰ ਦੇਣਾ ਔਰ ਬਾਹਰ ਹੀ ਬੈਠੇ ਰਹਿਣਾ। ਜਦੋਂ ਸਾਰਿਆਂ ਨੂੰ ਵਰਤਾਅ ਹੋ ਜਾਣਾ, ਫਿਰ ਕਿਤੇ ਸਾਡੇ ਨਿਆਣੇ ਦੀ ਵਾਰੀ ਆਉਂਦੀ ਸੀ ਪ੍ਰਸ਼ਾਦ ਲੈਣ ਦੀ। ਆਤਨ ਬਰਾਦਰੀ ਦੇ ਲੋਕਾਂ ਨੂੰ ਵੱਡੇ ਗੁਰਦੁਆਰੇ ਜਾਣ ਨਹੀਂ ਦਿੱਤਾ ਜਾਂਦਾ ਸੀ। ਉਹ ਬਾਹਰ ਮਿੱਟੀ ਵਿੱਚ ਬੈਠ ਕੇ ਪ੍ਰਸ਼ਾਦ ਲੈਂਦੇ, ਉੱਥੇ ਹੀ ਲੰਗਰ ਖਾਂਦੇ। ਦੇਸ਼ ਆਜ਼ਾਦ ਹੋਇਆ ਤਾਂ ਆਦਿ ਧਰਮੀ ਲੋਕਾਂ ਨੂੰ ਵੀ ਪੰਚਾਇਤ ਵਿੱਚ ਨੁਮਾਇੰਦਗੀ ਮਿਲੀ। ਪੰਚਾਇਤ ਨੇ ਆਦਿ ਧਰਮੀ ਲੋਕਾਂ ਦੀ ਮਦਦ ਕੀਤੀ ਅਤੇ ਇੱਕ ਗੁਰਦੁਆਰਾ ਬਣਾਉਣ ਲਈ ਇੱਟਾਂ, ਛਤਰੀਆਂ, ਬਾਲੇ ਅਤੇ ਦਿੱਤੇ, ਜਿਸ ਨਾਲ ਦਲਾਨ ਦੇ ਮੋਹਰੇ ਬਰਾਂਡਾ ਪਾ ਦਿੱਤਾ ਗਿਆ। ਜਿਹੜੀ ਮੈਂ ਗੱਲ ਕੀਤੀ, ਇਹ ਜ਼ਿਮੀਂਦਾਰਾਂ ਨੇ ਕਾਫੀ ਮਦਦ ਕੀਤੀ, ਕਿਉਂਕਿ ਅਸੀਂ ਇਕੱਲੇ ਹੀ ਵੱਡੇ ਨਹੀਂ ਹਾਂ, ਨਾ ਉਹ ਸਾਡੇ ਤੋਂ ਇਕੱਲੇ ਵੱਡੇ ਆ। ਸਾਨੂੰ ਵੀ ਉਹਨਾਂ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਸਾਡੀ ਵੀ ਜ਼ਰੂਰਤ ਹੈ। ਅਤੇ ਇਸ ਤਰ੍ਹਾਂ ਇਹ ਦਲਾਨ ਔਰ ਮੋਹਰੇ ਕੋਠੜੀਆਂ ਬਣੀਆਂ ਸਨ। ਬਰਾਂਡੇ ਦੇ ਦੋਨਾਂ ਕੋਨਿਆਂ ਵਿੱਚ ਇੱਕ ਇੱਕ ਕੋਠੜੀ ਬਣਾ ਦਿੱਤੀ ਗਈ। ਇੱਕ ਕੋਠੜੀ ਵਿੱਚ ਘੁੰਗਰੂਆਂ ਵਾਲੇ ਬਾਬਾ ਪੂਰਨਨਾਥ ਜੀ ਰਹਿੰਦੇ ਸਨ। ਇੱਕ ਕੋਠੜੀ ਵਿੱਚ ਭਾਂਡੇ ਅਤੇ ਹੋਰ ਸਮਾਨ ਰੱਖਿਆ ਹੋਇਆ ਸੀ। ਇਹ ਸਾਰੇ ਬਰਤਨ ਬਾਬਾ ਪੂਰਨਨਾਥ ਜੀ ਨੇ ਗਜਾ ਕਰਕੇ ਬਣਾ ਕੇ ਦਿੱਤੇ ਸਨ। ਜਿਹਨੇ ਬਰਤਨ ਮੈਂ ਦੱਸਿਆ ਨਾ ਪਿੱਤਲ ਦੇ ਕਹੇ ਦੇ ਸੀਗੇ, ਉਹ ਉਹਨਾਂ ਨੇ ਗਜਾ ਕਰਕੇ ਬਾਬਾ ਪੂਰਨਨਾਥ ਜੀ ਨੇ, ਬੇਪਰਵਾਹ ਜੀ ਨੇ ਬਣਾ ਕੇ ਦਿੱਤੇ ਸੀ। ਥਾਲੀਆਂ ਅਤੇ ਗਲਾਸ ਪਿੱਤਲ ਦੇ ਸਨ। ਦੇਗਾਂ ਤਾਂਬੇ ਦੀਆਂ ਸਨ। ਅੱਜ ਉਹ ਦੇਗ ਜੇ ਬਣਾਉਣੀ ਹੋਵੇ ਤਾਂ ਮੇਰਾ ਖਿਆਲ ਉਹ ਲੱਖ ਰੁਪਏ ਦੀ ਬਣੇਗੀ, ਲੱਖ ਤੋਂ ਵੀ ਜ਼ਿਆਦਾ। ਦੇਗਾਂ ਕਈ ਸਨ, ਦੂਰ ਦੂਰ ਦੇ ਪਿੰਡਾਂ ਵਿੱਚ ਵੀ, ਪਿੰਡਾਂ ਵਾਲੇ ਵੀ ਲੈ ਕੇ ਜਾਂਦੇ ਸਨ। ਰੋਲੂ ਦਾ ਲੜਕਾ ਪਾਖਰ ਭਾਂਡਿਆਂ ਦੀ ਸੰਭਾਲ ਕਰਦਾ ਸੀ। ਜਦੋਂ ਕਿਸੇ ਦੇ ਵਿਆਹ ਸ਼ਾਦੀ ਜਾਂ ਕੋਈ ਹੋਰ ਹੰਗਾਮਾ ਹੁੰਦਾ ਤਾਂ ਗੁਰਦੁਆਰੇ ਤੋਂ ਹੀ ਬਰਤਨ ਦਿੱਤੇ ਜਾਂਦੇ ਸਨ। ਜ਼ਿਮੀਂਦਾਰਾਂ ਦੇ ਗੁਰਦੁਆਰੇ ਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ ਮਿਲਦੀ ਹੁੰਦੀ। ਇੱਕ ਦਿਨ ਕਿਸੇ ਜ਼ਿਮੀਂਦਾਰ ਨੇ ਇਸ ਗੁਰਦੁਆਰੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੜ੍ਹਾ ਦਿੱਤੀ। ਇਹ ਬੀੜ ਸਾਹਿਬ ਅੰਮ੍ਰਿਤਸਰ ਤੋਂ ਲਿਆਂਦੀ ਸੀ। ਮੈਨੂੰ ਉਸ ਜ਼ਿਮੀਂਦਾਰ ਦਾ ਨਾਂ ਨਹੀਂ ਪਤਾ ਲੱਗ ਸਕਿਆ। ਜ਼ਿਮੀਂਦਾਰਾਂ ਦੇ ਗੁਰਦੁਆਰੇ ਦਾ ਭਾਈ ਵੀ ਰਵਿਦਾਸ ਗੁਰਦੁਆਰੇ ਪਾਠ ਨਹੀਂ ਸੀ ਕਰਦਾ। ਦੇਖ ਲਓ ਕਿੱਦਾਂ ਦੀ ਗੱਲ ਆ। ਕਹਿੰਦੇ ਜੱਟਾਂ ਦੇ ਗੁਰਦੁਆਰੇ ਵਾਲਾ ਸਮਾਰਤ ਦੇ ਗੁਰਦੁਆਰੇ ਪਾਠ ਨਹੀਂ ਕਰਨ ਜਾਏਗਾ। ਇਸ ਲਈ ਖਾਂਬਰੇ ਪਿੰਡ ਤੋਂ ਸਰੀਆ ਰਾਮ, ਉਸ ਦਾ ਭਰਾ ਲਾਲ ਦਾਸ ਅਤੇ ਉਹਨਾਂ ਦੇ ਪਿਤਾ ਜੀ ਪਾਠ ਕਰਨ ਆਇਆ ਕਰਦੇ ਸਨ। ਚਮਾਰਾਂ ਦੇ ਘਰਾਂ ਵਿੱਚ ਹੋਰ ਵੀ ਪਾਠ ਪੂਜਾ ਦਾ ਕੰਮ ਇਹ ਮਹੰਤ ਸਾਧ ਪਰਿਵਾਰ ਹੀ ਕਰਦਾ ਸੀ। ਸਾਰੇ ਘਰ ਹਰ ਛਮਾਈ ਤੇ ਉਹਨਾਂ ਨੂੰ ਪੈਸੇ ਨਹੀਂ ਹੁੰਦੇ ਸੀ, ਉਦੋਂ 4-4, 5-5 ਕਿਲੋ ਦਾਣੇ ਦੇ ਦਿੰਦੇ ਸੀ, ਕਿਉਂਕਿ ਉਸ ਸਮੇਂ ਲੋਕਾਂ ਕੋਲ ਨਗਦ ਪੈਸੇ ਨਹੀਂ ਸਨ। ਜਦੋਂ ਕਣਕ ਚੁੱਕਦੇ ਮਈ ਜੂਨ ਵਿੱਚ ਤਾਂ 5-5 ਸਿਰ ਕਣਕ ਦਿੱਤੀ ਜਾਂਦੀ। ਜਦੋਂ ਮੱਕੀ ਚੁੱਕਦੇ ਤਾਂ ਜਵਾਰ 5-5 ਸਿਰ ਉਹਨਾਂ ਨੂੰ ਦਿੱਤੀ ਜਾਂਦੀ। ਇਹ ਸਿਲਸਿਲਾ ਤਕਰੀਬਨ 1995 ਤੱਕ ਚੱਲਦਾ ਰਿਹਾ। ਅਤੇ ਜਦੋਂ ਗੁਰਦੁਆਰੇ ਬੀਬੀਆਂ ਜਾਂ ਭਾਈ ਵੀ ਮੱਥਾ ਟੇਕਣ ਆਉਂਦੇ ਸੀ, ਉਹ ਵੀ ਦਾਣੇ ਜਾਂ ਆਟਾ ਲਿਆ ਕੇ ਹੀ ਟੇਕਦੇ ਸਨ, ਪੈਸੇ ਨਹੀਂ ਸੀ ਕਿਸੇ ਦੇ ਕੋਲ। ਹੁਣ ਆਧਾਰਮਿਕ ਬਰਾਦਰੀ ਵਿੱਚ ਵੀ ਬੱਚਿਆਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ 1962 ਵਿੱਚ 5ਵੀਂ ਵਿੱਚ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸਿੱਖ ਲਿਆ, ਕਿਉਂਕਿ ਉਹ ਬਾਬਾ ਜੀ ਭਾਈ ਜਿਹੜੇ ਇੱਥੇ ਸਾਡੇ ਸਾਧ ਸੀਗੇ, ਉਹ ਇਕੱਲੇ ਹੁੰਦੇ ਸਨ। ਉਹਨਾਂ ਤੋਂ ਪੂਰਾ ਪਾਠ ਪੜ੍ਹਿਆ ਨਹੀਂ, ਅਖੰਡ ਪਾਠ ਨਹੀਂ ਉਦੋਂ ਕੋਈ ਰੱਖਦਾ ਸੀ, ਸਧਾਰਨ ਪਾਠ ਹੀ ਰੱਖਦੇ ਸੀਗੇ। ਔਰ ਸਾਨੂੰ ਉਹਨਾਂ ਨੇ ਸਿਖਾ ਦਿੱਤਾ ਸੀ ਵੀ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਔਰ ਮੈਂ ਤੁਹਾਨੂੰ ਦੱਸਾਂ, ਉਦੋਂ ਅਨਪੜ੍ਹ ਬੰਦੇ ਸਿਰਫ ਪਾਠ ਸੁਣ ਕੇ ਉਹਨਾਂ ਨੂੰ ਕਾਫੀ ਗੁਰੂ ਗ੍ਰੰਥ ਸਾਹਿਬ ਯਾਦ ਹੋ ਗਿਆ ਸੀ। ਜੇ ਕਿਤੇ ਭਾਈ ਜਾਂ ਕੋਈ ਸਾਧ ਗਲਤ ਪੜ੍ਹਦਾ ਸੀ ਤਾਂ ਉਹ ਦੱਸ ਦਿੰਦੇ ਸੀ ਵੀ ਇੱਥੇ ਗਲਤ ਪੜ੍ਹਿਆ ਹੈਗਾ। ਪੁਰਾਣੀਆਂ ਬੀੜਾਂ ਵਿੱਚ ਸ਼ਬਦ ਅਲੱਗ-ਅਲੱਗ ਕੱਟ ਕੇ ਨਹੀਂ ਲਿਖੇ ਹੋਏ। ਜਿਹੜੀਆਂ ਪੁਰਾਣੀਆਂ ਬੀੜਾਂ ਸੀ ਨਾ, ਉਹ ਇੱਕੋ ਲਾਈਨ ਹੁੰਦੀ ਸੀ। ਜਦੋਂ ਪੜ੍ਹਦਾ ਉਹਦਾ ਇਹ ਪਤਾ ਲੱਗਦਾ ਸੀ ਕਿੱਦਾਂ ਅਗਲਾ ਕੀ ਲਫ਼ਜ਼ ਬਣਦਾ। ਹੁਣ ਤਾਂ ਬਹੁਤ ਆਸਾਨ ਆ, ਆਮ ਬੱਚੇ ਪੜ੍ਹ ਸਕਦੇ ਹਨ। ਇੱਕ ਲਾਈਨ ਵਿੱਚ ਵੀ ਸਾਰੇ ਸ਼ਬਦ ਪਰੋਏ ਹਨ। ਬੋਲਦਿਆਂ ਹੀ ਸ਼ਬਦ ਬਣਾ ਕੇ ਪੜ੍ਹਨਾ ਪੈਂਦਾ ਸੀ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਅਲੱਗ-ਅਲੱਗ ਸ਼ਬਦ ਹਨ, ਇਸ ਲਈ ਪੜ੍ਹਨਾ ਆਸਾਨ ਹੈ। ਇਸ ਪ੍ਰਕਾਰ ਅਸੀਂ ਉਹਨਾਂ ਸੰਤਾਂ ਮਹੰਤਾਂ ਦੀ ਪਾਠ ਕਰਨ ਦੀ ਮਦਦ ਕਰਦੇ। ਇੱਕ ਚੁਬਾਰਾ ਛੋਟਾ ਜਿਹਾ ਛੱਤ ਉੱਪਰ ਪਾਇਆ ਹੋਇਆ ਸੀ। ਪ੍ਰੋਗਰਾਮ ਤੋਂ ਬਾਅਦ ਮਹਾਰਾਜ ਦੀ ਬੀੜ ਉਸ ਚੁਬਾਰੇ ਉੱਪਰ ਵਿੱਚ ਰੱਖ ਦਿੱਤੀ ਜਾਂਦੀ ਸੀ। ਜਨੇਤਾਂ, ਬਰਾਤਾਂ ਜਿਹਨਾਂ ਨੂੰ ਕਹਿੰਦੇ ਆਪਾਂ ਹੁਣ ਕਹਿੰਦੇ ਆ, ਆਦਿ ਠਹਿਰਾਉਣ ਦਾ ਕੰਮ ਗੁਰਦੁਆਰੇ ਹੀ ਕੀਤਾ ਜਾਂਦਾ ਸੀ। ਸਾਰੇ ਘਰਾਂ ਤੋਂ ਇੱਕ ਮੰਜਾ ਬਿਸਤਰਾ ਇਕੱਠਾ ਕਰ ਲਿਆ ਜਾਂਦਾ ਅਤੇ ਗੁਰਦੁਆਰੇ ਇਕੱਠੇ ਰੱਖ ਦਿੱਤੇ ਜਾਂਦੇ। ਉੱਪਰ ਜਨੇਤੀ ਬੈਠਦੇ। ਲੋਕੀ ਹੁੱਕਾ ਦੇ ਵੀ ਗੁਰਦੁਆਰੇ ਦੇ ਵਿਹੜੇ ਵਿੱਚ ਹੀ ਬੈਠ ਕੇ ਪੀਂਦੇ ਸਨ। ਹੁਣ ਤਾਂ ਬਹੁਤ ਪਾਬੰਦੀ ਆ, ਹੁਣ ਇਹ ਗੱਲਾਂ ਨਹੀਂ ਹਨ। ਇਹ ਬਹੁਤ ਸੁਚਮ ਰੱਖੀ ਜਾਂਦੀ ਹੈ। ਲੋਕੀ ਆਮ ਤੌਰ 'ਤੇ ਸਧਾਰਨ
ਪਾਠ ਹੀ ਰਖਾਇਆ ਕਰਦੇ ਸਨ, ਜਿਸ ਦਾ ਭੋਗ 7-8 ਦਿਨ ਬਾਅਦ ਪਾ ਦਿੱਤਾ ਜਾਂਦਾ ਸੀ। ਉਸ ਸਮੇਂ ਅਖੰਡ ਪਾਠ ਕਰਨ ਵਾਲੇ ਇੰਨੇ ਬੰਦੇ ਨਹੀਂ ਹੁੰਦੇ ਸਨ, ਭਾਵੇਂ ਲੋਕੀ ਪੜ੍ਹੇ ਲਿਖੇ ਨਹੀਂ ਸਨ, ਪਰ ਫਿਰ ਵੀ ਸਾਰਿਆਂ ਨੂੰ ਜਪਜੀ ਸਾਹਿਬ ਜੀ ਦੀਆਂ 5 ਪੌੜੀਆਂ ਯਾਦ ਹੁੰਦੀਆਂ ਸਨ। ਜਿੰਨੇ ਵੀ ਘਰ ਸੀਗੇ ਨਾ, ਬੀਬੀਆਂ ਭਾਈ, ਸਾਰਿਆਂ ਨੂੰ ਜਪਜੀ ਸਾਹਿਬ ਦੀਆਂ 5 ਪੌੜੀਆਂ ਮੂੰਹ ਜ਼ਬਾਨੀ ਯਾਦ ਸੀ, ਚਾਹੇ ਉਹ ਪੜ੍ਹੇ ਲਿਖੇ ਸੀ ਜਾਂ ਨਹੀਂ ਸੀ। ਜਾਂ ਫਿਰ ਜਦੋਂ ਮਹੰਤ ਜੀ ਪਾਠ ਕਰਦੇ ਤਾਂ ਕੋਲ ਬੈਠ ਕੇ ਬੜੇ ਧਿਆਨ ਤੇ ਨਿਸ਼ਚੈ ਨਾਲ ਪਾਠ ਸੁਣਦੇ। ਕਮਰਿਆਂ ਦੇ ਅੰਦਰ ਇੱਟਾਂ ਦਾ ਫਰਸ਼ ਲੱਗਿਆ ਹੋਇਆ ਸੀ ਅਤੇ ਵਿਹੜਾ ਕੱਚਾ ਸੀ। ਪ੍ਰੋਗਰਾਮ ਤੇ ਬੁੜੀਆਂ ਵਿਹੜੇ ਨੂੰ ਗੋਹੇ ਨਾਲ ਲਿਪ ਲੈਂਦੀਆਂ ਸਨ। ਹੁਣ ਤਾਂ ਬਹੁਤ ਸੰਗਮਰਮਰ ਲੱਗਾ ਹੋਇਆ, ਉਦੋਂ ਮਿੱਟੀ ਸੀ। ਜਦੋਂ ਪ੍ਰੋਗਰਾਮ ਆਉਂਦਾ ਤਾਂ ਸਾਰੀਆਂ ਬੁੜੀਆਂ ਉਹਨੂੰ ਗੋਹੇ ਔਰ ਮਿੱਟੀ ਦੇ ਨਾਲ ਲਿਪ ਦਿੰਦੀਆਂ ਸਨ। ਹੁਣ ਗੁਰਦੁਆਰੇ ਦੇ ਅੰਦਰ ਉਹ ਪਿੱਪਲ ਦਾ ਦਰਖਤ ਵੀ ਨਹੀਂ ਹੈ ਅਤੇ ਖੂਹੀ ਵੀ ਨਹੀਂ ਹੈ। ਸਾਰਿਆਂ ਦੇ ਘਰ ਨਲਕੇ ਲੱਗ ਗਏ ਅਤੇ ਪਾਣੀ ਦੀ ਸਪਲਾਈ ਹੈ। ਇਸ ਲਈ 1990 ਦੇ ਕਰੀਬ ਖੂਹੀ ਪੂਰ ਦਿੱਤੀ ਗਈ। ਪਿੱਪਲ ਦਾ ਪੇੜ ਵੀ ਕੱਟ ਦਿੱਤਾ ਗਿਆ। ਪੁਰਾਣੀ ਬਿਲਡਿੰਗ ਢਾਹ ਕੇ ਦੁਬਾਰਾ ਬਣਾ ਦਿੱਤੀ ਗਈ। ਨਿਸ਼ਾਨ ਸਾਹਿਬ ਵੀ ਬਹੁਤ ਸੁੰਦਰ ਲਗਾ ਦਿੱਤਾ ਗਿਆ। ਪਹਿਲਾਂ ਨਿਸ਼ਾਨ ਸਾਹਿਬ ਚੁਬਾਰੇ ਉੱਪਰ ਇੱਕ ਛੋਟੇ ਜਿਹੇ ਬਾਂਸ ਦੇ ਡੰਡੇ ਉੱਪਰ ਹੀ ਲੱਗਾ ਹੁੰਦਾ ਸੀ। ਹੁਣ ਗੁਰਦੁਆਰੇ ਦੀ ਬਿਲਡਿੰਗ ਬਹੁਤ ਸੁੰਦਰ ਦਿਖਾਈ ਦਿੰਦੀ ਹੈ। ਇਸ ਬਿਲਡਿੰਗ ਨੂੰ ਬਣਾਉਣ ਲਈ ਪਿੰਡ ਦੀਆਂ ਸਾਰੀਆਂ ਬਰਾਦਰੀਆਂ ਨੇ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਹੈ। ਪਿੰਡ ਦੇ NRI ਵੀਰਾਂ ਨੇ ਮਦਦ ਕੀਤੀ ਹੈ। ਇਸ ਦਾ ਸੰਬੰਧ ਪ੍ਰੇਮਪਾਲ, ਕਮਲਜੀਤ, ਸੋਹਣ ਲਾਲ ਜੀ ਤੇ ਹੋਰ ਪ੍ਰਮੁੱਖ ਸੱਜਣ ਦੇਖ ਰਹੇ ਹਨ। ਗੁਰਦੁਆਰੇ ਦੇ ਨਾਲ ਲੱਗਦੇ 2 ਘਰਾਂ ਦੀ ਜਗ੍ਹਾ ਵੀ ਖਰੀਦ ਕੇ ਗੁਰਦੁਆਰੇ ਦੇ ਨਾਲ ਮਿਲਾ ਦਿੱਤੀ ਗਈ ਹੈ। ਇਹ ਇੱਕ ਘਰ ਕਰਤਾਰ ਸਿੰਘ ਦਾ ਹੈ ਤੇ ਦੂਜਾ ਜਾਗਰਵਾਲ ਦੇ ਸਿਆਮਾ ਸੀ। ਹੁਣ ਗੁਰਦੁਆਰੇ ਦੀ ਜਗ੍ਹਾ ਕਾਫੀ ਖੁੱਲੀ ਹੋ ਗਈ ਹੈ। ਘੁੰਗਰੂਆਂ ਵਾਲੇ ਬਾਬੇ ਬੇਪਰਵਾਹ ਪੂਰਨ ਨਾਥ ਜੀ ਦੀ ਇਸ ਜਗ੍ਹਾ ਕਾਫੀ ਰਹਿਮਤ ਅਤੇ ਇਸ ਲਈ ਉਹਨਾਂ ਦਾ ਨਾਂ ਵੀ ਨਿਰੰਤਰ ਇਸ ਗੁਰਦੁਆਰੇ ਵਿੱਚ ਲਿਆ ਜਾਂਦਾ ਹੈ। ਇਹ ਗੁਰਦੁਆਰਾ ਉਹਨਾਂ ਦੀ ਹਿੰਮਤ ਨਾਲ, ਉਹਨਾਂ ਦੀ ਮਿਹਨਤ ਨਾਲ, ਉਹਨਾਂ ਦੇ ਆਸ਼ੀਰਵਾਦ ਨਾਲ ਹੀ ਬਣਿਆ। ਬਾਬਾ ਜੀ ਨੇ ਬਹੁਤ ਸਾਲ ਇੱਥੇ ਹੀ ਭਗਤੀ ਕੀਤੀ। ਨਾਲ ਇਹ ਬਹੁਤ ਪਵਿੱਤਰ ਤੇ ਸ਼ਕਤੀ ਵਾਲੀ ਜਗ੍ਹਾ ਹੈ। ਜੋ ਇਨਸਾਨ ਸੱਚੇ ਦਿਲ ਨਾਲ ਇੱਥੇ ਆ ਕੇ ਸੇਵਾ ਕਰਦਾ ਹੈ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸਾਨੂੰ ਵੀ ਸਾਰੇ ਕੰਮ ਬਾਬਾ ਬੇਪਰਵਾਹ ਜੀ ਦੀ ਓਟ ਆਸਰਾ ਲੈ ਕੇ ਕਰਨੇ ਚਾਹੀਦੇ ਹਨ। ਮੈਨੂੰ ਵੀ ਬਾਲ ਅਵਸਥਾ ਵਿੱਚ ਬਾਬਾ ਜੀ ਦੇ ਦਰਸ਼ਨ ਕਰਨ ਅਤੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਕਿਉਂਕਿ ਜਦੋਂ ਉਹ ਨਹਾਉਂਦੇ ਸਨ ਨਾ, ਅਸੀਂ ਤਾਂ ਬਹੁਤ ਨਿਆਣੇ ਸਨ, ਦੂਰ ਹੋ ਜਾਂਦੇ ਸਨ, ਕੋਈ ਪਾਣੀ ਭਰ ਕੇ ਦਿੰਦਾ ਸੀ ਚਲੇ ਦੇ ਉੱਤੇ ਅਤੇ ਫਿਰ ਉਹ ਨਹਾ ਲੈਂਦੇ ਸਨ। ਅੰਤ ਵਿੱਚ ਮੈਂ ਕਹੂੰਗਾ, ਜੈ ਬਾਬਾ ਬੇਪਰਵਾਹ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ, ਜੈ ਗੁਰਦੇਵ, ਧੰਨ ਗੁਰਦੇਵ। ਇਹਦੇ ਨਾਲ ਹੀ ਇਹ ਤਾਂ ਮੈਂ ਗੁਰਦੁਆਰੇ ਦੀ ਹਿਸਟਰੀ ਲਿਖੀ ਸੀਗੀ 2015 ਵਿੱਚ। 2-4 ਗੱਲਾਂ ਮੈਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਮੇਰਾ ਨਗਰ ਹੈ, ਇਹ ਬੀਬੀਆਂ ਹਨ, ਭਾਈ ਹਨ, ਇਹਨਾਂ ਦੇ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ। ਮੈਂ ਬਚਪਨ ਤੋਂ ਇਹਨਾਂ ਨਾਲ ਜੁੜਿਆ ਹੋਇਆ ਹਾਂ ਅਤੇ ਮੈਂ ਅੱਜ ਕੋਈ ਧਾਰਮਿਕ ਗੱਲ ਜਾਂ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਨੂੰ ਛੱਡ ਕੇ ਕੁਝ ਪਰਸਨਲ ਗੱਲਾਂ ਕਰਨੀਆਂ ਚਾਹੁੰਦਾ ਹਾਂ। ਪਰ ਉਹ ਪਰਸਨਲ ਗੱਲਾਂ ਇੱਦਾਂ ਵੀ ਨਾ ਸਮਝਣਾ ਕਿ ਸ਼ਾਇਦ ਕੋਈ ਆਪਣੀ ਵਡਿਆਈ ਕਰ ਰਿਹਾ ਹੈ ਜਾਂ ਆਪਣੀ ਕੋਈ ਦੱਸ ਰਿਹਾ ਹੈ, ਨਹੀਂ। ਉਹ ਸਿਰਫ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਮੋਟੀਵੇਟ ਕਰਨ ਲਈ ਹੈ। ਉਹ ਇਸ ਤਰ੍ਹਾਂ ਹੈ, ਇੱਕ ਤਾਂ ਇਹ ਕਿ ਮੈਂ ਬੱਚਿਆਂ ਨੂੰ, ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੜ੍ਹਾਈ ਤੋਂ ਉੱਪਰ ਹੋਰ ਕੁਝ ਨਹੀਂ ਹੈ। ਪੜ੍ਹਾਈ ਹੀ ਇਨਸਾਨ ਦਾ ਤੀਸਰਾ ਨੇਤਰ ਹੈ। ਪੜ੍ਹਾਈ ਹੀ ਇਨਸਾਨ ਦੀ ਜਾਇਦਾਦ ਹੈ। ਪੜ੍ਹਾਈ ਹੀ ਇਨਸਾਨ ਦੀ ਧਨ ਦੌਲਤ ਹੈ। ਮੈਂ ਜੋ ਪੜ੍ਹਨ ਤੋਂ ਬਾਅਦ ਮਹਿਸੂਸ ਕੀਤਾ ਹੈ, ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ। ਮੈਂ ਵੀ ਇਸ ਪਿੰਡ ਦੇ ਵਿੱਚ ਹੀ, ਹੁਣ ਤਾਂ ਬਹੁਤ ਫੈਸਿਲਿਟੀਆਂ ਹਨ, ਬਿਜਲੀ ਹੈ, ਸਭ ਕੁਝ ਹੈ। ਉਦੋਂ ਤਾਂ ਕੁਝ ਵੀ ਨਹੀਂ ਸੀ। ਜਦੋਂ ਮੇਰੇ ਮਾਤਾ ਜੀ ਨੇ, ਜਦੋਂ ਮੇਰਾ ਜਨਮ ਹੋਇਆ ਇਸ ਘਰ ਦੇ ਵਿੱਚ, ਉਹਨਾਂ ਨੇ ਮੇਰਾ ਮੂੰਹ ਨਹੀਂ ਦੇਖਿਆ ਅਤੇ ਮੇਰੀ ਤਾਈ ਮਾਂ ਦੀ ਝੋਲੀ ਵਿੱਚ ਪਾ ਦਿੱਤਾ ਕਿ ਰੁਲਦਾ, ਲੈ ਤੇਰੇ 4 ਲੜਕੇ ਪਹਿਲਾਂ ਹਨ ਅਤੇ 5ਵਾਂ ਲੜਕਾ ਤੂੰ ਆਪਣੇ ਘਰ ਲੈ ਜਾ। ਉਹ ਇੱਧਰ ਹਵੇਲੀ ਸਾਡੇ ਉਹਦੇ ਵਿੱਚ ਘਰ 'ਚ ਰਹਿੰਦੇ ਸਨ, ਉੱਥੇ ਲੈ ਗਏ, ਮੈਨੂੰ ਪਾਲਦੀ ਰਹੀ। ਪਰ ਮੇਰੀ ਮਾਂ ਦਾ ਇੰਨਾ ਮੇਰੇ 'ਤੇ ਅਹਿਸਾਨ ਹੈ ਕਿ ਰਾਤ ਨੂੰ ਵੀ ਮੈਂ ਛੋਟਾ ਬੱਚਾ ਹੋਣ ਕਰਕੇ ਜਦੋਂ ਕਿਤੇ ਰੋਂਦਾ ਸੀ ਤਾਂ ਉਸ ਘਰ ਤੋਂ ਇੱਧਰਲੇ ਘਰ ਮੈਨੂੰ ਦੁੱਧ ਪਿਲਾਉਣ ਵਾਸਤੇ ਲਿਆਉਣਾ। 14 ਸਾਲ ਮੇਰੀ ਮਾਂ ਨੇ, ਤਾਈ ਮਾਂ ਨੇ ਮੈਨੂੰ ਉਸ ਘਰ ਦੇ ਵਿੱਚ ਰੱਖਿਆ। ਉਸ ਤੋਂ ਬਾਅਦ ਮੇਰਾ 7 ਸਾਲ ਮੈਂ ਇਸ ਘਰ ਦੇ ਵਿੱਚ ਰਿਹਾ। ਫਿਰ ਮੇਰੀ ਨੌਕਰੀ ਲੱਗ ਗਈ, ਮੈਂ ਦਿੱਲੀ ਚਲਾ ਗਿਆ।
ਔਰ ਮੇਰੀ ਸ਼ਾਦੀ ਵੀ ਅੱਧੀ ਇਸ ਘਰ ਵਿੱਚ ਹੋਈ ਤੇ ਅੱਧੀ ਉਸ ਘਰ ਵਿੱਚ ਹੋਈ। ਚਲੋ ਇਹ ਬਹੁਤ ਪਿਆਰ ਦੀਆਂ ਜੇ ਸਾਂਝੀਆਂ ਗੱਲਾਂ ਹਨ। ਤੁਸੀਂ ਦੇਖਦੇ ਇੱਥੇ ਆਪਣੇ ਸ਼ਿਵ ਮੰਦਿਰ ਬਣਿਆ ਹੋਇਆ। ਸਾਡੇ ਭਰਾ ਭਗਤ ਸਾਧੂ ਰਾਮ ਜੀ ਨੇ ਬਹੁਤ ਤਪੱਸਿਆ ਕੀਤੀ, ਬਹੁਤ ਮਿਹਨਤ ਕੀਤੀ, ਖਰਾਦ ਦਾ ਕੰਮ ਕਰਦੇ ਰਹੇ। ਆਪਣੇ ਥੋੜ੍ਹੀ ਹੀ ਤਨਖਾਹ ਦੇ ਵਿੱਚੋਂ, ਥੋੜ੍ਹੇ ਪੈਸਿਆਂ ਵਿੱਚੋਂ ਪੈਸੇ ਜੋੜ ਕੇ ਮੰਦਿਰ ਬਣਾਇਆ। ਉਹਨਾਂ ਦੀ ਮਿਹਨਤ ਸੀਗੀ। ਹੁਣ ਸਾਰਾ ਮੰਦਿਰ ਉੱਥੇ ਮੱਥਾ ਟੇਕਦੇ ਆ। ਇਸੇ ਤਰ੍ਹਾਂ ਹੀ ਇਹ ਗੁਰਦੁਆਰਾ ਲੋਕਾਂ ਨੇ ਬਣਾਇਆ। ਅੱਜ ਅਸੀਂ ਉਹਨਾਂ ਦੇ ਰਿਣੀ ਹਾਂ ਜਿਨ੍ਹਾਂ ਨੇ ਬਣਾਇਆ। ਬਾਬਾ ਪੇਪਰਬਾਜ ਜੀ ਨੇ ਹਿੰਮਤ ਕੀਤੀ ਤੇ ਉਹਨਾਂ ਨੇ ਚਿਮਟਾ ਕੱਢ ਦਿੱਤਾ ਤੇ ਅੱਜ ਉਹ ਤੁਸੀਂ ਵੀ ਮੌਜਾਂ ਮਾਣ ਰਹੇ ਹੋ। ਇਸੇ ਤਰ੍ਹਾਂ ਹੀ ਮੈਂ ਜਦੋਂ ਦਿੱਲੀ ਗਿਆ ਤੇ ਜਿਸ ਜਗ੍ਹਾ ਮੈਂ ਰਹਿੰਦਾ ਸੀ ਨਾ, ਉੱਥੇ ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਆਇਆ। ਪ੍ਰਭਾਤ ਫੇਰੀ ਕੀਤੀ। ਮੈਂ ਕਿਹਾ ਅਸੀਂ ਚਾਹ ਪਿਲਾਉਂਦੇ ਹਾਂ। ਚਾਹ ਪਿਲਾਈ। ਬੈਠੋ ਹਲੇ ਬੈਠੋ, 2 ਮਿੰਟ ਮੇਰੀਆਂ ਗੱਲਾਂ ਸੁਣੋ। ਮੈਂ ਕਿਉਂਕਿ ਮੈਂ ਅੱਜ ਆਪਣੀ ਹੈ ਨਾ ਪਰਸਨਲ ਗੱਲਾਂ ਕਰਦਾ। ਮੈਂ ਗੁਰੂ ਰਵਿਦਾਸ ਮਹਾਰਾਜ ਜਾਂ ਹੋਰ ਕਿਸੇ ਬਾਰੇ ਅੱਜ ਗੱਲਾਂ ਨਹੀਂ ਕਰਨੀ ਚਾਹੁੰਦਾ ਕਿਉਂਕਿ ਇਹ ਮੇਰਾ ਨਗਰ ਹੈ। ਧੰਨਵਾਦ ਹਨ। ਔਰ ਜਿਹੜੀ ਕਿ ਮੇਰੀ ਗੱਲ ਇਹਨਾਂ ਨੇ ਬਹੁਤ ਧਿਆਨ ਦੇ ਨਾਲ ਸੁਣੀ ਹੈ ਔਰ ਮਨ ਦੇ ਵਿੱਚ ਬਿਠਾ ਲੈਣਗੇ। ਆਪਣੇ ਬੱਚਿਆਂ ਨੂੰ ਵੀ ਮੋਟੀਵੇਟ ਕਰਨਗੇ। ਔਰ ਰਹਿ ਕੇ ਮੈਂ ਫਿਰ ਲਾਸਟ ਵਿੱਚ ਇਹੀ ਕਹਾਂਗਾ, ਪੜ੍ਹਾਈ ਤੋਂ ਉੱਪਰ ਕੁਛ ਨਹੀਂ ਹੈ। ਮੈਂ ਕਿੰਨੀਆਂ ਕੰਟਰੀਆਂ ਘੁੰਮ ਲਈਆਂ ਇਹ ਸਿਰਫ ਪੜ੍ਹਾਈ ਦੀ ਬਦੌਲਤ। ਔਰ ਇੰਡੀਆ ਦੀ ਕੋਈ ਸਟੇਟ ਨਹੀਂ ਛੱਡੀ ਜਿੱਥੇ ਮੈਂ ਨਹੀਂ ਗਿਆ ਹੋਵੇ। ਮੈਂ ਆਪਣੀ ਮੈਡਮ ਨੂੰ ਨਾਲ ਲੈ ਕੇ ਜਾਂਦਾ ਰਿਹਾ, ਚਾਹੇ ਮੈਂ ਫੋਰਨ ਗਿਆ ਜਾਂ ਇੰਡੀਆ ਵਿੱਚ ਗਿਆ। ਜਿੰਨਾ ਮੈਨੂੰ ਮਾਨ ਸਨਮਾਨ ਮਿਲਿਆ ਉਹਨੇ ਮੇਰੀ ਮੈਡਮ ਨੂੰ ਮਾਨ ਸਨਮਾਨ ਮਿਲਿਆ। ਅੱਜ ਉਹ ਆ ਨਹੀਂ ਸਕੀ ਕਿਉਂਕਿ ਘਰ 'ਚ ਕੋਈ ਹੈ ਨਹੀਂ ਸੀਗਾ ਤੇ ਫਿਰ ਮੈਨੂੰ ਇਕੱਲਾ ਆਉਣਾ ਪਿਆ। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਫਿਰ ਸਾਰੀ ਕਮੇਟੀ ਦਾ, ਪ੍ਰੇਮਪਾਲ ਹੋਣਾ ਦਾ, ਕਮਲਜੀਤ ਹੋਣਾ ਦਾ ਔਰ ਜਿੰਨੇ ਵੀ ਇਹ ਆਪਣੇ ਸਾਥੀ ਹਨ, ਰਾਮਚੰਦ ਜੀ ਤੇ ਹੋਰ ਇੱਥੇ ਬੱਚੇ ਬੈਠੇ ਸਨ ਜਿਹੜੇ ਕੀਰਤਨ ਕਰ ਰਹੇ ਸੀ, ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜੈ ਗੁਰਦੇਵ, ਧੰਨ ਗੁਰਦੇਵ, ਜੈ ਬਾਬਾ ਬੇਪਰਵਾਹ ਜੀ ਦੀ। ਬੱਦੇ ਸਭ ਨੂੰ ਦਿਓ 10 ਮਿੰਟ। ਇਹ ਸਾਡੇ ਮਾਨ ਸਾਹਿਬ ਅੰਕਲ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ, ਤਜਰਬੇ ਜਿਹੜੇ ਆ, ਨੌਕਰੀ ਦੇ ਤਜਰਬੇ ਜਿਹੜੇ ਆ, ਵਡਮੁੱਲੇ ਪ੍ਰਵਚਨ ਜਿਹੜੇ ਆ, ਆਪ ਬੱਚਿਆਂ ਨੂੰ, ਸਾਡਿਆਂ ਨੂੰ, ਇਹ ਬੱਚਿਆਂ ਨੂੰ ਸਿੱਖਣਾ ਚਾਹੀਦਾ। ਇਹ ਨਹੀਂ ਵੀ ਟੈਲੀਵਿਜ਼ਨ ਦੇਖਦੇ ਰਹੋ। ਇੱਥੇ ਟੈਲੀਵਿਜ਼ਨਾਂ 'ਚੋਂ ਕੁਝ ਨਹੀਂ ਲੱਭਣਾ, ਮੋਬਾਈਲਾਂ 'ਚੋਂ ਵੀ ਕੁਝ ਨਹੀਂ ਲੱਭਣਾ ਤਾਂ ਮਿਹਨਤਾਂ ਕਰਕੇ ਆ ਪੁੱਤਰੋ। ਜੇ ਪੜ੍ਹੋਗੇ ਤੇ ਵਧੀਆ, ਨਹੀਂ ਤਾਂ ਫਿਰ ਠੀਕ ਆ, ਦਿਹਾੜੀਆਂ ਤਾਂ ਕਰਨੀਆਂ ਹੀ ਆਪਾਂ। ਇਸ ਕਰਕੇ ਦੇਖ ਲਓ ਅੰਕਲ ਜੀ ਕਿੱਡੇ ਵੱਡੇ ਅਫਸਰ ਰਿਟਾਇਰ ਹੋਏ ਆ ਔਰ ਗਰੀਬੀ ਦੇ ਹਾਲਾਤਾਂ 'ਚ। ਗਰੀਬ ਜਦੋਂ ਪੈਸੇ ਵੀ ਆਪ ਹੀ ਇਕੱਠੇ ਕਰਕੇ ਪੜ੍ਹੇ ਦੇਖੋ। ਤੇ ਹੁਣ ਤਾਂ ਤੁਹਾਨੂੰ ਪੈਸੇ ਵੀ ਮਾਵਾਂ ਮਗਰੀਆਂ, ਮਾਪੇ ਵਿਚਾਰੇ ਲੈ ਕੇ ਮਗਰ ਫਿਰਦੇ ਆ, ਪੜ੍ਹ ਲਓ ਇਸ ਕਰਕੇ ਭਾਈ। ਤੇ ਦੇਖ ਲਓ ਕਿੰਨੇ ਲਾਈਫ ਦੇ ਤਜਰਬੇ ਇਹਨਾਂ ਦੇ ਔਰ ਕਿੰਨੀ ਇਹਨਾਂ ਦੀ ਘਾਲਣਾ ਆ ਇਸ ਮੁਕਾਮ ਤੇ ਪਹੁੰਚਣ ਵਾਸਤੇ। ਔਰ ਐਡੇ ਵੱਡੇ, ਸਭ ਤੋਂ ਵੱਡਾ ਦਫ਼ਤਰ ਆ ਹਿੰਦੁਸਤਾਨ ਦਾ, ਮਿਨਿਸਟਰੀ ਆਫ ਹੋਮ ਅਫੇਅਰ, ਜਿੱਥੋਂ ਇਹ ਰਿਟਾਇਰ ਹੋਏ ਆ। ਤੇ ਬੜਾ ਹੀ ਧੰਨਵਾਦ ਅੰਕਲ ਜੀ ਦਾ। ਇੱਦਾਂ ਹੀ ਤੇ ਸਾਡੇ ਨਾਲ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਦਿੱਲੀ ਸੁਨੇਹਾ ਫੋਨ ਕਰ ਦਿਓ, ਨਾਲ ਹੀ ਪੈਸੇ ਆ ਜਾਂਦੇ ਆ, ਨਾਲ ਹੀ ਪੈਸੇ ਦਿੰਦੇ ਆ ਅੰਕਲ ਜੀ। ਐਡੀ ਕਿਰਪਾ ਮਹਾਰਾਜ ਦੀ। ਤੇ ਆਪਣੇ ਸਮਾਜ ਦਾ ਮੇਰਾ ਖਿਆਲ ਜਿੰਨਾ ਇਹਨਾਂ ਨੇ ਭਲਾ ਕੀਤਾ ਨਾ, ਅਰਦਾਸੀਆਂ ਦਾ, ਚਮਾਰਾਂ ਦਾ, ਸਾਡੀ ਕੌਮ ਦਾ, ਇਹ ਕੋਈ ਕਰ ਸਕਦਾ। ਅੰਤ ਕੋਈ ਨਹੀਂ। ਲੱਖਾਂ ਰੁਪਈਆ, ਡੇਰੇ ਨੂੰ ਵੀ ਲੱਖਾਂ ਰੁਪਈਆ ਦਿੱਤਾ। ਉੱਥੇ ਬਨਾਰਸ ਦੇ ਵਿੱਚ ਕਿੰਨੇ ਅੰਕਲ ਜੀ? 4 ਕਮਰੇ ਪੈਸੇ ਦਿੱਤੇ ਬਨਾਰਸ ਵਾਸਤੇ। ਬਨਾਰਸ ਜਿਹੜੇ ਕਮਰੇ ਬਣਦੇ ਪਏ ਨਾ ਸੰਗਤਾਂ ਦੇ ਰਹਿਣ ਵਾਸਤੇ, ਦਿੱਲੀ ਤੋਂ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਮੇਰੇ 4 ਕਮਰਿਆਂ ਦੇ ਅੰਕਲ ਜੀ ਨੇ ਪੈਸੇ ਉੱਥੇ, ਹਾਂਜੀ 4 ਕਮਰਿਆਂ ਦੇ ਪੈਸੇ ਉੱਥੇ ਅੰਕਲ ਜੀ ਨੇ ਦਿੱਤੇ ਆ। 4 ਕਮਰੇ ਦਿੱਲੀ ਵਾਲਿਆਂ ਦੇ ਨਾਮ ਦੇ ਉੱਪਰ ਬਣਵਾ ਰਹੇ ਅੰਕਲ ਜੀ। ਇੰਨਾ ਰੁਪਈਆ ਇਕੱਠਾ ਕਰਕੇ ਬੱਲੀ ਪਹੁੰਚਦਾ ਕੀਤਾ। ਐਡੀ ਹਸਤੀ ਆ ਅੰਕਲ ਜੀ, ਕਿਤੇ ਐਵੇਂ ਨਾ ਸਮਝਿਓ ਭਾਈ। ਠੀਕ ਹੈ। 40 ਸ਼ਬਦ ਗੁਰੂ ਰਵਿਦਾਸ ਮਹਾਰਾਜ। ਤੇ ਇਹ ਆ ਜਿਹੜਾ ਕੈਲੰਡਰ ਹੈ, ਇਹਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿੰਨੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਆ, 40 ਸ਼ਬਦ 1 ਸ਼ਲੋਕ, ਉਹ ਇਹਦੇ ਵਿੱਚ ਦਰਜ ਆ। ਇਹ ਵੀ ਦੇਖੋ ਕਿੰਨੀ ਘਾਲਣਾ ਅੰਕਲ ਜੀ ਦੀ। ਇਹ ਵੀ ਤਿਆਰ ਕਰਾਈ ਆ ਇਹਨਾਂ ਨੇ। ਕੋਈ ਨਾ ਕੋਈ ਗੁਰੂ ਵਾਸਤੇ ਜਾਂ ਸਮਾਜ ਵਾਸਤੇ ਵੱਖਰਾ ਹੀ ਕੰਮ ਕਰਦੇ ਆ। ਤੇ ਇਹ ਸਾਡੀ ਕਮੇਟੀ ਨੂੰ ਦੇਣ ਵਾਸਤੇ ਗੁਟਕਾ ਵੀ ਹੈ। ਠੀਕ ਹੈ। ਮੈਂ ਸੰਗਤ ਨੂੰ ਦੱਸ ਦਵਾਂ ਕਿ ਮੈਂ ਇੰਨੀ ਉਮੀਦ ਕਰਦਾ ਨਹੀਂ ਸੀ, ਨਾ ਮੈਂ ਇੰਨੀ ਕੋਈ ਗਿਆਨ ਦਾ ਮਾਲਕ ਸੀਗਾ। ਪਰਮਾਤਮਾ ਨੇ, ਗੁਰੂ ਰਵਿਦਾਸ ਮਹਾਰਾਜ ਨੇ ਇੰਨੀ ਹਿੰਮਤ ਔਰ ਇੰਨਾ ਗਿਆਨ ਦਿੱਤਾ। ਮੈਂ 27 ਕਿਤਾਬਾਂ ਲਿਖ ਦਿੱਤੀਆਂ, ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਵੀ ਕਾਫੀ ਕਿਤਾਬਾਂ ਹਨ।
ਜੋ ਬੋਲੇ ਸੋ ਨਿਰਭੈ ਸਰਦਾਸ ਮਹਾਰਾਜ ਕੀ ਜੈ। ਇੱਕ ਆਹ ਕਿਤਾਬ ਹੈ, ਮੈਂ ਬਾਹਰ ਜਿਹੜਾ ਜਾਣਾ ਰਹਿਣਾ ਨਾ, ਉਹਦੇ ਮੈਂ ਆਪਣਾ ਆਇਰਲੈਂਡ ਐਂਡ ਇੰਡੀਆ ਦਾ ਲਿਖੀ ਹੈ। ਇਹ ਪ੍ਰੇਮਪਾਲ ਹੋਣਾ ਲਈ ਪੜ੍ਹ ਕੇ ਇੰਗਲਿਸ਼ ਵਿੱਚ ਹੈ। ਔਰ ਮੈਂ ਦੱਸ ਦੇਵਾਂ ਕਿ ਮੇਰੀਆਂ 3 ਕਿਤਾਬਾਂ ਨੇਪਾਲੀ ਭਾਸ਼ਾ ਵਿੱਚ ਵੀ ਟਰਾਂਸਲੇਟ ਹੋ ਕੇ ਨੇਪਾਲ ਵਿੱਚ ਵੀ ਚਲੇ ਗਈਆਂ ਹਨ। ਇਹ ਕਿਤਾਬਾਂ ਸਾਰੀਆਂ ਮੈਂ ਆਪਣੇ ਖਰਚੇ ਦੇ ਉੱਤੇ ਛਪਾਈਆਂ। ਵਿਰਦੀ ਸਾਹਿਬ ਨੇ ਵੀ ਕਈ ਕਿਤਾਬਾਂ ਦੇ ਵਿੱਚ ਬਹੁਤ ਮਦਦ ਕੀਤੀ ਤੇ ਹੋਰ ਵੀ ਸੰਤਾਂ ਨੇ, ਔਰ ਉਹ ਫ੍ਰੀ ਅਸੀਂ ਵੰਡੀ ਦੀਆਂ ਹੈਗੀਆਂ ਪ੍ਰਚਾਰ ਲਈ। 5-7 ਕਿਤਾਬਾਂ ਹੈਗੀਆਂ, ਮੈਂ ਪ੍ਰੇਮਪਾਲ ਜੀ ਹੁਣਾਂ ਨੂੰ ਦੇ ਦੇਵਾਂਗਾ। ਉਹ ਜਿਹਨੂੰ ਵੀ ਠੀਕ ਸਨ, ਜਿਹੜਾ ਪੜ੍ਹਦਾ ਹੋਵੇ ਜਾਂ ਜਿਹੜਾ ਗਿਆਨ ਰੱਖਦਾ ਹੋਵੇ, ਉਹਨੂੰ ਉਹ ਕਿਤਾਬਾਂ ਦੇ ਸਕਦੇ ਹਨ। ਇੱਕ ਮੈਂ ਇਹਨਾਂ ਨੇ ਦੱਸਿਆ ਕਿ ਗੁਰੂ ਬਾਲਾਂ ਸੰਤਾਂ ਨੂੰ ਪੈਸੇ ਦੇ ਕੇ ਆਏ। ਇਹ ਐਤਕੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਅਸੀਂ 1 ਮਾਰਚ ਨੂੰ ਮਨਾ ਰਹੇ ਸਨ। ਮੈਨੂੰ ਕਿਸੇ ਨੇ ਕਿਹਾ ਕਿ ਬਨਾਰਸ ਕਮਰੇ ਬਣ ਰਹੇ, ਅਨਾਉਂਸਮੈਂਟ ਕਰ ਦਿਓ। ਮੈਂ ਅਨਾਉਂਸਮੈਂਟ ਕਰ ਦਿੱਤੀ, ਪਰ ਕਿਸੇ ਨੇ ਰਿਸਪੌਂਸ ਨਹੀਂ ਦਿੱਤੀ, ਕਿਉਂਕਿ ਕਮਰਿਆਂ ਦਾ ਕੰਮ ਹੈਗਾ ਪੈਸੇ ਦਾ। ਕੋਈ ਨੂੰ ਪੈਸੇ ਕਿਸੇ ਨੇ ਦਿੱਤੇ ਨਹੀਂ। ਪਰ ਫਿਰ ਮੇਰੇ ਮਨ 'ਚ ਆਇਆ ਕਿ ਅਸੀਂ ਆਪਣੇ ਗੁਰੂ ਘਰਾਂ ਲਈ, ਮੰਗੋਲਪੁਰੀ ਲਈ ਹੋਰ ਇਕੱਠੇ ਕਰਦੇ ਹਾਂ, ਤੇ ਉਹਦੇ ਮੱਕਾ ਮਦੀਨਾ ਸਾਡਾ ਬਨਾਰਸ, ਉਹਦੇ ਲਈ ਕਿਉਂ ਨਹੀਂ ਇਕੱਠੇ ਕਰਦੇ। ਮੈਂ ਸਿਰਫ 10-15 ਦਿਨ ਗਿਆ, ਉਹ ਲੋਕਾਂ ਨੇ ਝੋਲੀਆਂ ਹੀ ਭਰ ਦਿੱਤੀਆਂ। ਬਿਰਦੀ ਸਾਹਿਬ ਨੇ ਵੀ ਦਿੱਤੇ। ਕਿੰਨੇ ਦਿੱਤੇ ਇਹ ਨਹੀਂ ਮੈਂ ਦੱਸਣੇ, ਬਹੁਤ ਖੁੱਲ੍ਹ ਕੇ ਦਿੱਤੇ। ਔਰ ਅਸੀਂ 8,40,000 ਰੁਪਈਆ ਅਗਸਤ ਵਿੱਚ, ਜੁਲਾਈ ਜਾਂ ਅਗਸਤ ਵਿੱਚ ਮਹਾਰਾਜ ਜੀ ਨੂੰ ਦੇ ਕੇ ਆਏ ਕਿ ਬਨਾਰਸ। ਮੈਂ ਕਹਿੰਦਾ ਸੀ ਇੱਕ ਕਮਰਾ ਬਣਵਾ ਦੇਵਾਂਗੇ 2-2.5 ਲੱਖ ਦਾ। ਜਦੋਂ ਸੰਗਤਾਂ ਨੇ ਪੈਸੇ ਦਿੱਤੇ ਤਾਂ ਉੱਥੇ ਪਤਾ ਨਹੀਂ ਲੱਗਾ। ਇਹ ਮੈਂ ਦੱਸਣੀ ਚਾਹੁੰਦਾ। ਥੈਂਕ ਯੂ ਵੈਰੀ ਮਚ। ਇਹ ਪ੍ਰਬੰਧਕਾਂ ਦੇ ਸੱਦੇ ਤੇ ਮਲ ਸਾਹਿਬ ਤੇ ਸਾਡੇ ਬਿਰਦੀ ਸਾਹਿਬ, ਦਾਸ ਦੇ ਬੈਨੋਈ ਸਾਹਿਬ ਆ, ਬਹੁਤ ਵੱਡੇ ਮਹਿਕਮੇ 'ਚ ਵੀ ਅਫਸਰ ਆ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ 'ਚ ਅਫਸਰ ਆ। 2 ਮਿੰਟ ਵਾਸਤੇ ਵੀ ਸੰਗਤਾਂ ਦੇ ਰੂਬਰੂ ਹੋਣਗੇ। ਗੁਰੂ ਦੇ ਪ੍ਰੇਮੀ ਆ, ਸਤਿਗੁਰੂ ਰਵਿਦਾਸ ਜੀ ਮਾਰੇ ਬਹੁਤ ਪ੍ਰੇਮੀ ਆ। ਸਤਿਗੁਰੂ ਬਿਰਦੀ ਸਾਹਿਬ। ਜੈ ਗੁਰਦੇਵ, ਧੰਨ ਗੁਰਦੇਵ। ਗੁਰੂ ਪਿਆਰੀ ਸਾਧ ਸੰਗਤ ਜੀ, ਮਲ ਸਾਹਿਬ ਦਾ ਤਾਂ ਦੇਖੋ ਅਧਿਕਾਰ ਬਣਦਾ, ਜੱਦੀ ਪਿੰਡ ਆ ਉਹਨਾਂ ਦਾ, ਤੇ ਕਾਫੀ ਸਮਾਂ ਲਿਆ। ਬਹੁਤ ਅੱਛਾ ਲੱਗਿਆ। ਉਹਨਾਂ ਦੀ ਜੋ ਪਿੰਡ ਦਾ ਇਤਿਹਾਸ ਹੈ ਉਹ ਸਾਨੂੰ ਜਾਣਨਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੇ ਬੱਚੇ ਦੇਖੋ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ 21 ਸਾਲ ਦੀ ਉਮਰ 'ਚ ਦਿੱਲੀ ਚਲੇ ਗਏ ਸੀਗੇ। ਤੇ ਮੈਂ ਇਸ ਗੁਰੂ ਘਰ ਦੇ ਵਿੱਚ ਪਿਛਲੇ, ਜਦੋਂ ਤੋਂ ਭਾਜੀ ਹੁਣ ਇੱਥੇ ਸ਼ਿਫਟ ਕੀਤਾ ਹੈ ਮੁਕੇਰੀਆਂ ਤੋਂ, ਜਦੋਂ ਡਿਊਟੀ ਸੀਗੀ 21 ਸਾਲ ਤੋਂ, ਇਸ ਜਦੋਂ ਵੀ ਅਸੀਂ ਆਉਂਦੇ ਹਾਂ ਤੇ ਆਪਣੇ ਘਰ ਆਉਂਦੇ ਪ੍ਰੇਮਪਾਲ ਭਾਈ ਹੁਣਾਂ ਦੇ, ਤੇ ਪਤਾ ਲੱਗਦਾ ਕਿ ਮਿੱਠੇਪੁਰ ਹੀ ਰਹਿੰਦੇ ਆ। ਤੇ ਕੋਈ ਵੀ ਰਿਸ਼ਤੇਦਾਰ ਆਉਂਦਾ ਆ, ਉਹਨਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਬਈ ਗੁਰੂ ਦੇ ਨਾਲ ਇੰਨਾ ਕੁ ਪਿਆਰ ਹੈ ਕਿ ਜਦੋਂ ਵੀ ਅਸੀਂ ਘਰ ਆਉਂਦੇ ਹਾਂ ਇੱਥੇ ਹੀ ਹੁੰਦੇ ਆ। ਤੇ ਬੜਾ ਸਾਨੂੰ ਚੰਗਾ ਲੱਗਦਾ ਕਿ ਗੁਰੂ ਘਰ ਨਾਲ ਜੁੜੇ ਹੋਏ ਆ, ਔਰ ਤੁਸੀਂ ਇੰਨਾ ਕੁ ਪਿਆਰ ਕਰਦੇ ਹੋ ਕਿ ਉਹਦਾ ਕੋਈ ਵੀ ਬਿਆਨ ਨਹੀਂ ਅਸੀਂ ਕਰ ਸਕਦੇ। ਤਾਂ ਇਹ ਪ੍ਰੋਗਰਾਮ ਦੇ ਵਿੱਚ ਜੋ ਮਸਤਾਂ ਦੇ ਜਗ੍ਹਾ 'ਤੇ ਆਪਾਂ ਅੱਜ ਜੋ ਉਦਘਾਟਨ ਕੀਤਾ ਹੈ ਮਹਾਰਾਜ ਜੀ ਦਾ, ਜੋ ਮੂਰਤੀ ਰਾਜਸਥਾਨ ਤੋਂ ਬਣਾਈ ਗਈ, ਇੱਥੇ ਲਿਆ ਕੇ ਅੱਜ ਜੋ ਉਦਘਾਟਨ ਹੋਇਆ, ਸਾਰੀਆਂ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ। ਅਸੀਂ ਵੀ ਆਏ, ਸਾਨੂੰ ਵੀ ਸੱਦਾ ਮਿਲਿਆ। ਮੈਂ ਦਿੱਲੀ ਤੋਂ, ਸੂਰਤ ਤੋਂ ਦਿੱਲੀ ਬਾਈ ਫਲਾਈਟ ਆਇਆ, ਫਿਰ ਮਲ ਸਾਹਿਬ ਨਾਲ ਟ੍ਰੇਨ 'ਚ ਪਰਸੋਂ ਰਾਤ ਆ ਗਏ ਸੀ। ਤਾਂ ਬਹੁਤ ਅੱਛਾ ਲੱਗਿਆ ਸਾਰੀਆਂ ਸੰਗਤਾਂ ਨੂੰ ਦੇਖ ਕੇ। ਔਰ ਜ਼ਿਆਦਾ ਸਮਾਂ ਲੈਂਦੇ ਹੋਏ ਮੈਂ ਆਪਣੇ ਵੱਲੋਂ ਸਾਰੇ ਨਗਰ ਨੂੰ ਬਹੁਤ ਬਹੁਤ ਵਧਾਈ ਦਿੰਦਾ। ਜੈ ਗੁਰਦੇਵ, ਧੰਨ ਗੁਰਦੇਵ। जो बोले सो निरभय सतगुरु रविदास महाराज की जय। जो बोले सो निरभय तन तन बाबा पूरनाथ बेपरवाह साहब महाराज की जय। मैं लजपाला दे लड़ लगिया, मैं लजपाला दे लड़ लगिया, मेरे तो गम परे रहंदे। मैं लजपाला दे लड़ लगिया, मैं लजपाला दे लड़ लगिया, मेरे तो गम परे रहंदे। मैं लजपाला दे लड़ लगिया, मेरे तो गम परे रहंदे। मैं लज
ਪਰੇ ਰਹਿੰਦੇ ਤੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈਂ ਲਾਚੇ ਪਾਲਾਂ ਤੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੇਰੀਆਂ ਆਸਾਂ ਉਮੀਦਾਂ ਦੇ ਸਦਾ ਬੂਟੇ ਹਰੇ ਰਹਿੰਦੇ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੁਰਸ਼ਦ ਨਾ ਰੁੱਸ ਜਾਵੇ ਮਾਰਲ ਕਰੋ ਸਖੀਓ ਕਿਤੇ ਮੇਰਾ ਮੁਰਸ਼ਦ ਨਾ ਰੁੱਸ ਜਾਵੇ ਦੁਆ ਮਾਰਲ ਕਰੋ ਸਈਓ ਕਿਤੇ ਮੇਰਾ ਮੁਰਸ਼ਦ ਨਾ ਰੁੱਸ ਜਾਵੇ ਮਾਰਲ ਕਰੋ ਸਖੀਓ ਕਿਤੇ ਮੇਰਾ ਮੁਰਸ਼ਦ ਨਾ ਰੁੱਸ ਜਾਵੇ ਜਿਨ੍ਹਾਂ ਦੇ ਮੁਰਸ਼ਦ ਰੁੱਸ ਜਾਂਦੇ ਜਿਨ੍ਹਾਂ ਦੇ ਮੁਰਸ਼ਦ ਰੁੱਸ ਜਾਂਦੇ ਉਹ ਜਿਉਂਦੇ ਜੀ ਮਰੇ ਰਹਿੰਦੇ ਜਿਨ੍ਹਾਂ ਦੇ ਮੁਰਸ਼ਦ ਰੁੱਸ ਜਾਂਦੇ ਉਹ ਜਿਉਂਦੇ ਜੀ ਮਰੇ ਰਹਿੰਦੇ ਮੈਂ ਬੇਪਰਵਾਹ ਜਿਹਦੇ ਲੜ ਲੱਗੀਆਂ ਮੈਂ ਬੇਪਰਵਾਹ ਜਿਹਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈਂ ਬੇਪਰਵਾਹ ਜਿਹਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈਂ ਬੇਪਰਵਾਹ ਜਿਹਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈਂ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈਂ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈਂ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈਂ ਲਛਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੁਰਸ਼ਦ ਨਾ ਰੁੱਸ ਜਾਵੇ ਦੁਆ ਮਾਰਲੀ ਕਰੋ ਸਖੀਓ ਕਿਤੇ ਮੇਰਾ ਮੁਰਸ਼ਿਦ ਨਾ ਰੁੱਸ ਜਾਵੇ ਦੁਆ ਮਾਰਲ ਕਰੋ ਸਈਓ ਕਿਤੇ ਮੇਰਾ ਮੁਰਸ਼ਦ ਨਾ ਰੁੱਸ ਜਾਵੇ ਦੁਆ ਮੇਰਾ ਮੁਰਸ਼ਦ ਨਾ ਰੁੱਸ ਜਾਵੇ ਜਿਨ੍ਹਾਂ ਦੇ ਮੁਰਸ਼ਦ
ਲਜਪਾਲਾਂ ਲਜਪਾਲਾਂ ਦੇ ਲੜ ਲੱਗੀਆਂ ਮੈਂ ਲਜਪਾਲਾਂ ਲਜਪਾਲਾਂ ਦੇ ਲੜ ਲੱਗੀਆਂ ਮੈਂ ਲਜਪਾਲਾਂ ਲਜਪਾਲਾਂ ਦੇ ਲੜ ਲੱਗੀਆਂ ਮੈਂ ਲਜਪਾਲਾਂ ਲਜਪਾਲਾਂ ਦੇ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ ਮੈਂ ਲਜਪਾਲਾਂ ਦੇ ਲੜ ਦੁਆ ਮਾਰਲ ਕਰੋ ਸਈਓ ਕਿਤੇ ਮੇਰਾ ਮੁਰਸ਼ਦ ਨਾ ਰੁੱਸ ਜਾਵੇ ਦੁਆ ਮਾਰਲ ਕਰੋ ਸਖੀਓ ਕਿਤੇ ਮੇਰਾ ਮੁਰਸ਼ਿਦ ਨਾ ਰੁੱਸ ਜਾਵੇ ਜਿਨ੍ਹਾਂ ਦੇ ਮੁਰਸ਼ਦ ਰੁੱਸ ਜਾਂਦੇ ਜਿਨ੍ਹਾਂ ਦੇ ਮੁਰਸ਼ਦ ਰੁੱਸ ਜਾਂਦੇ ਉਹ ਜਿਉਂਦੇ ਜੀ ਮਰੇ ਰਹਿੰਦੇ ਮੈਂ ਲਜਪਾਲਾਂ ਦੇ ਲੜੇ ਲੱਗੀਆਂ ਪਾਲਾਂ ਦੇ ਲੜੇ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ ਮੈਂ ਲਜਪਾਲਾਂ ਦੇ ਲੜੇ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰ ਤੋਂ ਮੰਗਣੇ ਦੀ ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰ ਤੋਂ ਮੰਗਣੇ ਦੀ ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰ ਤੋਂ ਮੰਗਣੇ ਦੀ ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰ ਤੋਂ ਮੰਗਣੇ ਦੀ ਮੇਰੀ ਆਸਾਂ ਉਮੀਦਾਂ ਦੇ ਮੇਰੀ ਆਸਾਂ ਉਮੀਦਾਂ ਦੇ ਸਦਾ ਪਲ ਲੈ ਹਰੇ ਰਹਿੰਦੇ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ ਮੈਂ ਲਜਪਾਲਾਂ ਤੇ ਲੜ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ ਮੈਂ ਬੇਪਰਵਾਹ ਜੀ ਦੇ ਲੜ ਲੱਗੀਆਂ ਮੈਂ ਬੇਪਰਵਾਹ ਜੀ ਦੇ ਲੜ ਲੱਗੀਆਂ ਮੈਂ ਬੇਪਰਵਾਹ ਜੀ ਦੇ ਲੜ ਲੱਗੀਆਂ ਮੇਰੇ ਪਰਵਾਹ ਤੇ ਲੜ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ ਮੈਂ ਲਜਪਾਲਾਂ ਤੇ ਲੜ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਭਰੇ ਰਹਿੰਦੇ 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 जो बोले सो निरपै सतगुरु रविदास महाराज की जय जो बोले सो निरपै तन तन बाबा पूरनाथ बेप्रवासा महाराज की जय